नौजवान बेरोजगारी कारण अपने तौर पर तंग नहीं, वो 40-40 50-50 लाख रुपया ला के विदेशों ਨੂੰ ਭੱਜ ਰਹੇ ਸੀ। ਸੋ ਇਸ ਸਿਸਟਮ ਚੋਂ ਆ ਉਹ ਦੋ ਪਾਰਟੀਆਂ ਦਾ ਜਦੋਂ ਇੱਕ ਫਰੈਂਡਲੀ ਮੈਚ ਚੱਲ ਰਿਹਾ ਸੀ ਪੰਜਾਬ ਵਿੱਚ, ਉਹ ਤੋਂ ਤੰਗ ਆਏ ਲੋਕਾਂ ਨੇ ਜਿਸ ਕਿਸਮ ਦਾ ਫਤਵਾ ਦਿੱਤਾ ਉਹ ਸਾਡੇ ਸਾਹਮਣੇ ਆ। ਸੋ ਅਕਾਲੀ ਦਲ ਨੇ ਧਰਮ ਦਾ ਸਹਾਰਾ ਲਿਆ ਆਪਣੀ ਘਟੀਆ ਰਾਜਨੀਤੀ ਲਈ। ਸੋ ਅਕਾਲੀ ਰਾਜਨੀਤੀ ਵਿੱਚ ਧਰਮ ਸਭ ਤੋਂ ਉੱਪਰ ਹੁੰਦਾ ਸੀ, ਧਰਮ ਦਾ ਕੁੰਡਾ ਹੁੰਦਾ ਸੀ ਰਾਜਨੀਤੀ ਤੇ ਧਰਮ ਦੇ ਅਧੀਨ ਰਾਜਨੀਤੀ ਚੱਲਦੀ ਸੀ। ਅਕਾਲੀਆਂ ਨੇ ਪਿਛਲੇ 50 ਸਾਲਾਂ ਦੌਰਾਨ ਹੌਲੀ ਕਰਦੇ ਨੇ ਅੱਜ ਇੱਥੇ ਪਹੁੰਚ ਗਏ ਵੀ ਉਹ ਧਰਮ ਦੇ ਉੱਪਰ ਰਾਜਨੀਤੀ ਕਰਨ ਲੱਗ ਗਏ। ਉਹ ਧਰਮ ਨੂੰ ਸਿਖਾਉਣ ਲੱਗੇ ਵੀ ਤੁਸੀਂ ਕਿੱਦਾਂ ਕੰਮ ਕਰਨਾ। ਲੋਕਾਂ ਨੇ ਉਸ ਗੰਦ ਨੂੰ ਹੁੰਝਣ ਲਈ ਇਹ ਕੁਛ ਨਹੀਂ ਦੇਖਿਆ ਵੀ ਹਾਂ ਕਿਹੜਾ ਬੰਦਾ ਕਿੱਥੇ ਆ ਰਿਹਾ। ਉਹਨਾਂ ਨੇ ਚੋਣ ਨਿਸ਼ਾਨ ਦੇ ਆਧਾਰ ਤੇ ਵੋਟ ਪਾਈ ਔਰ ਇੱਕ ਤਰ੍ਹਾਂ ਨਾਲ ਜਿਹੜਾ ਪੁਰਾਣਾ ਸਿਸਟਮ ਸੀ ਉਹਨੂੰ ਖਤਮ ਕਰਿਆ। ਨੈਤਿਕ ਕਦਰਾਂ ਕੀਮਤਾਂ ਨੇ ਕਾਂਗਰਸ ਨੂੰ ਲੈ ਲਿਆ, ਧਰਮ ਦੀਆਂ ਕਦਰਾਂ ਕੀਮਤਾਂ ਨੇ ਅਕਾਲੀ ਦਲ ਨੂੰ ਲਿਆ ਤੇ ਜਿਹੜੀਆਂ ਰਾਜਨੀਤੀ ਦੀਆਂ ਨੈਤਿਕ ਕਦਰਾਂ ਕੀਮਤਾਂ ਉਹਨੇ ਕਾਂਗਰਸ ਨੂੰ ਲਿਆ। ਤੇ ਆਰਥਿਕਤਾ ਦਾ ਬੁਰਾ ਹਾਲ ਹੈ ਪੰਜਾਬ 'ਚ। 3.5 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਸੋ ਉਸ ਕਰਜ਼ੇ ਦੀ ਕਿਸ਼ਤ ਚੁਕਾਉਣ ਦੇ ਨਾਲ ਕਿਸ ਤਰ੍ਹਾਂ ਉਹ ਰੁਜ਼ਗਾਰ ਪੈਦਾ ਕਰਨਗੇ, ਕਿਸ ਤਰ੍ਹਾਂ ਹੋਰ ਸਹੂਲਤਾਂ, ਕਿਸ ਤਰ੍ਹਾਂ ਸਕੂਲਾਂ ਤੇ ਪੈਸਾ ਲੱਗੂਗਾ, ਕਿਸ ਤਰ੍ਹਾਂ ਹਸਪਤਾਲਾਂ ਤੇ ਪੈਸਾ ਲੱਗੂਗਾ, ਇਹ ਬਹੁਤ ਵੱਡਾ ਉਹਨਾਂ ਸਾਹਮਣੇ ਬਹੁਤ ਵੱਡੀ ਚੁਣੌਤੀ ਹੈ। ਸਾਨੂੰ ਲੱਗਦਾ ਵੀ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਦੇ ਖਿਲਾਫ ਜੋ ਫਤਵਾ ਦਿੱਤਾ ਉਹ ਕੌਮ ਨੂੰ ਬਚਾਉਣ ਲਈ ਦਿੱਤਾ ਤਾਂ ਕਿ ਕੌਮ ਕਿਤੇ ਨਾ ਕਿਤੇ ਬਚੀ ਰਹੇ। ਸੋ ਜਿਹੜੇ ਲੋਕ ਇਹ ਕੌਮ ਦੇ ਉੱਤੇ ਲੰਬੜਦਾਰ ਬਣ ਕੇ ਬੈਠ ਗਏ ਸੀ, ਇਹਨਾਂ ਦੀ ਸੱਪ ਭੁਲੇਟਣੀ ਬਹੁਤ ਜ਼ਰੂਰੀ ਹੋ ਗਈ। ਜਿਹੜੀਆਂ ਤਕਨੀਕੀ ਹਾਲਤਾਂ ਨੇ ਪੰਜਾਬ ਸਾਹਮਣੇ ਬਹੁਤ ਵੱਡਾ ਮੂੰਹ ਅੱਡੀ ਖੜੀਆਂ ਨੇ। ਸੋ 50 ਸਾਲਾਂ ਦੌਰਾਨ ਜਿਹੜੇ ਰਾਜਨੀਤੀਵਾਨ ਆਏ ਉਹਨਾਂ ਨੇ ਕਰਜ਼ੇ ਲੈ ਕੇ ਸਾਰੀਆਂ ਜਿਹੜੀਆਂ ਇਮਾਰਤਾਂ ਤੇ ਹੋਰ ਜਿੰਨੀਆਂ ਵੀ ਸਾਡੀਆਂ ਥਾਵਾਂ ਸੀ ਉਹਨਾਂ ਨੂੰ ਮੌਰਗੇਜ ਰੱਖ ਕੇ ਜਿੱਦਾਂ ਕਰਜ਼ੇ ਲਏ ਆ। ਹੁਣ ਪੰਜਾਬ ਕੋਲ ਮੌਰਗੇਜ ਰੱਖਣ ਲਈ ਵੀ ਕੁਛ ਨਹੀਂ ਬਚਿਆ। ਪਰ ਉਹਨਾਂ ਦੇ ਪਹਿਲੇ ਫੈਸਲੇ ਵਿੱਚੋਂ ਹੀ ਭਗਤ ਸਿੰਘ ਵਾਲੀ ਸੋਚ ਦਾ ਕੁਛ ਨਹੀਂ ਨਿਕਲ ਰਿਹਾ ਨਾ। ਸੋ ਭਗਤ ਸਿੰਘ ਦੀ ਸੋਚ ਆਪਣੇ ਵਰਗੇ ਜਿਹੜੇ ਸਮਰੱਥ ਲੀਡਰ ਪੈਦਾ ਕਰਦੀ ਸੀ ਵੀ ਮੇਰੇ ਵਰਗੇ ਬਹੁਤ ਸਾਰੇ ਲੀਡਰ ਪੈਦਾ ਹੋਣ। ਸੋ ਜਿਹੜੀ ਕੈਬਨਿਟ ਲਿਆਂਦੀ ਗਈ ਉਹਦੇ ਚ ਵੀ ਜਿਹੜੇ ਕਮਜ਼ੋਰ ਤੇ ਆਗਿਆਕਾਰ ਵਿਅਕਤੀ ਨੇ ਇਹੋ ਹੀ ਪ੍ਰਕਾਸ਼ ਸਿੰਘ ਬਾਦਲ ਕਰਦੇ ਸੀ, ਇਹੋ ਹੀ ਕੈਪਟਨ ਅਮਰਿੰਦਰ ਸਿੰਘ ਕਰਦੇ ਸੀ। ਸੋ ਪਹਿਲੀ ਝਲਕ ਆ ਜਿਹੜੀ ਕੈਬਨਿਟ ਨੂੰ ਬਣਾਉਣ ਦੀ ਉਹਦੇ ਵਿੱਚੋਂ ਉਹ ਪ੍ਰਕਾਸ਼ ਸਿੰਘ ਬਾਦਲ ਵਾਲੀ ਨੀਤੀ ਸਾਨੂੰ ਸਮਝ ਆ ਰਹੀ ਹੈ ਵੀ ਕਮਜ਼ੋਰ ਲੀਡਰਸ਼ਿਪ ਲਈ ਗਈ ਆ। ਹੁਣ ਹੀ ਪਾਰਟੀ ਵਿੱਚ ਤਰੇੜਾ ਆਉਂਦੀ ਆ। ਇਹਦੇ ਨਾਲ ਕੀ ਹੋਵੇਗਾ, ਪਾਰਟੀ ਦੋ ਧੜੇ ਬਣਨਗੇ, ਇੱਕ ਪੰਜਾਬ ਵਾਲਾ ਧੜਾ ਹੋਊਗਾ, ਇੱਕ ਦਿੱਲੀ ਵਾਲਾ ਧੜਾ। ਦਿੱਲੀ ਵਾਲੇ ਵਾਰ-ਵਾਰ ਕੋਸ਼ਿਸ਼ ਕਰਨਗੇ ਕਿ ਪੰਜਾਬ ਵਾਲੀ ਪਾਰਟੀ ਦਫਾੜ ਹੋਵੇ ਤਾਂ ਕਿ ਸਾਡੀ ਮਨਪਸੰਦ ਦਾ ਮੁੱਖ ਮੰਤਰੀ ਰਹੇ। ਇਹ ਬਹੁਤ ਵੱਡੀਆਂ ਚੁਣੌਤੀਆਂ ਹੋਣਗੀਆਂ। ਇੱਕ ਪਾਸੇ ਪੰਜਾਬ ਦਾ ਰੁਜ਼ਗਾਰ, ਪੰਜਾਬ ਦੀ ਸਿੱਖਿਆ, ਪੰਜਾਬ ਦਾ ਸਿਹਤ, ਪੰਜਾਬ ਦੇ ਬਜ਼ੁਰਗਾਂ ਦੀ ਸੰਭਾਲ, ਪੰਜਾਬ ਦੀ ਟਰਾਂਸਪੋਰਟੇਸ਼ਨ, ਜਿਹੜਾ ਮਾਫੀਏ ਨੇ ਪੰਜਾਬ ਨੂੰ ਖਾ ਰੱਖਿਆ ਉਹਨਾਂ ਸਾਰੀਆਂ ਚੁਣੌਤੀਆਂ ਨੂੰ ਸਰ ਕਰਨਾ। ਤੇ ਦੂਜੇ ਪਾਸੇ ਪਾਰਟੀ ਦੀ ਅੰਦਰੂਨੀ ਜੰਗ ਆ ਜਿਹੜੀ ਕਿ ਹਾਲੇ ਸ਼ੁਰੂ ਹੋਣੀ ਆ, 6 ਮਹੀਨੇ ਸਾਲ ਨੂੰ ਸ਼ੁਰੂ ਹੋਣੀ ਆ, ਉਹਦੇ ਨਾਲ ਨਿਪਟਣਾ ਇਹ ਭਗਵੰਤ ਸਿੰਘ ਮਾਨ ਲਈ ਕਾਫੀ ਜਿੱਦਾਂ ਦਰਦਨਾਕ ਮੰਜ਼ਰ ਹੋਊਗਾ ਜੇ ਉਹ ਪੰਜਾਬ ਨਾਲ ਜੁੜੇ ਹੋਏ, ਪੰਜਾਬ ਨਾਲ ਪੈਰ ਜ਼ਮੀਨ ਤੇ ਲਾ ਕੇ ਖੜੇ ਤਾਂ ਸਾਨੂੰ ਲੱਗਦਾ ਵੀ ਪੰਜਾਬੀ ਉਹਨਾਂ ਦੀ ਹਮਾਇਤ ਕਰਨਗੇ। ਵਰਨਾ ਜੇ ਉਹ ਕਮਜ਼ੋਰ ਲੀਡਰ ਸਾਬਤ ਹੋਏ ਤਾਂ ਦਿੱਲੀ ਆ ਉਹਨਾਂ ਤੇ ਕਬਜ਼ਾ ਕਰ ਲੈਣਗੇ। ਸਤਿ ਸ਼੍ਰੀ ਅਕਾਲ ਜੀ, ਇੱਕ ਵਾਰ ਫਿਰ ਜੀ ਆਇਆਂ ਨੂੰ ਆਖਦੇ ਹਾਂ ਜੀ ਪ੍ਰੋਗਰਾਮ ਪਤੇ ਦੀ ਗੱਲ ਲੈ ਕੇ ਫਿਰ ਹਾਜ਼ਰ ਹਾਂ। ਸੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਹਰ ਹਫਤੇ ਦੀਆਂ ਸਰਗਰਮੀਆਂ ਜਿਹੜੀਆਂ ਨੇ ਉਹ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹੁੰਦੇ ਹਾਂ। ਸੋ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਵੱਡਾ ਬਦਲਾਅ ਜਿਹਨੂੰ ਕਿਹਾ ਜਾਂਦਾ ਸੀ ਬਹੁਤ ਲੰਬੇ ਸਮੇਂ ਤੋਂ ਕਿ ਤੀਸਰਾ ਬਦਲਾਅ ਜਿਹੜਾ ਹੈ ਉਹ ਚਾਹੀਦਾ ਹੈ। ਸੋ ਤੀਸਰਾ ਬਦਲਾਅ ਆ ਚੁੱਕਿਆ, ਸੋਹਾਂ ਚੁੱਕੀਆਂ ਜਾ ਚੁੱਕੀਆਂ ਨੇ ਤੇ ਅੱਗੇ ਦੀ ਜਿਹੜੀ ਕਾਰਗੁਜ਼ਾਰੀ ਹੈ ਕਿਵੇਂ ਰਹੇਗੀ ਇਹਦੇ ਉੱਤੇ ਗੱਲਬਾਤ ਕਰਾਂਗੇ। ਅਕਾਲੀ ਦਲ ਬਾਦਲ ਕਾਂਗਰਸ ਜੋ ਕਿ ਮਾੜੇ ਨਤੀਜੇ ਆਪਾਂ ਉਹਨਾਂ ਦੇ ਕਹਿ ਲਈਏ ਕਿ ਚੋਣਾਂ ਦੇ ਵਿੱਚ ਆਏ ਨੇ, ਉਹਨਾਂ ਦੇ ਭਵਿੱਖ ਦੀ ਵੀ ਗੱਲ ਕਰਾਂਗੇ। ਯੂਕਰੇਨ ਰਸ਼ੀਆ ਕੀ ਬਣੇਗਾ ਆਖਰ ਇਸ ਲੜਾਈ ਦਾ, ਇਹਦੇ ਉੱਤੇ ਗੱਲਬਾਤ ਕਰਾਂਗੇ। ਹੋਰ ਵੀ ਮਸਲੇ ਨੇ, ਸੋ ਸਾਰੇ ਛੋਵਾਂਗੇ, ਸਾਡੇ ਨਾਲ ਬਣੇ ਰਹੋ। ਇਸ ਪ੍ਰੋਗਰਾਮ ਦੇ ਵਿੱਚ ਖਾਸ ਤੌਰ ਤੇ ਸਾਡੇ ਨਾਲ ਜੁੜੇ ਹੋਏ ਨੇ ਜੀ ਪੱਤਰਕਾਰ ਅਵਤਾਰ ਸਿੰਘ ਜੀ। ਸਭ ਤੋਂ ਪਹਿਲਾਂ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ, ਫਿਰ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਭਾਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਭਾਜੀ ਸਭ ਤੋਂ ਪਹਿਲਾਂ ਗੱਲ ਕਰੀਏ, ਹੁਣ ਨਵੀਂ ਬਣੀ ਹੋਈ ਜਿਹੜੀ ਸਰਕਾਰ ਹੈਗੀ ਹੈ, ਕਿਹਾ ਜਾਂਦਾ ਹੈ ਕਿ ਤੀਸਰਾ ਬਦਲ ਚਾਹੀਦਾ ਤੇ ਹੁਣ ਉਹ ਤੀਸਰਾ ਬਦਲ ਆ ਚੁੱਕਿਆ। ਜਿਵੇਂ ਮੈਂ ਦੱਸਿਆ ਕਿ ਸਹੁੰ ਚੁੱਕੀ ਜਾ ਚੁੱਕੀ ਹੈ ਤੇ ਕੁਝ ਐਲਾਨ ਕੀਤੇ ਗਏ ਨੇ ਇਹ ਸਰਕਾਰ ਵੱਲੋਂ, ਯਾਨੀ ਕਿ ਆਮ ਆਦਮੀ ਪਾਰਟੀ ਵੱਲੋਂ। ਕਿਵੇਂ ਦੇਖਦੇ ਹੋ ਜੀ? ਹਾਂਜੀ, ਕਾਫੀ ਦੇਰ ਤੋਂ ਜਿਹੜੇ ਲੋਕ 50 ਸਾਲਾਂ ਤੋਂ ਇੱਕ ਬਦਲਾਅ ਦੀ ਰਾਜਨੀਤੀ ਭਾਲ ਰਹੇ ਸੀ
ਕਿਉਂਕਿ ਪਿਛਲੇ 50 ਸਾਲਾਂ ਤੋਂ ਜਿਹੜੇ ਰਾਜਨੀਤੀਵਾਨ ਪੰਜਾਬ ਦੀ ਸੱਤਾ ਤੇ ਆਏ, ਉਹਨਾਂ ਨੇ ਬਹੁਤਾ ਪੰਜਾਬ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਉੱਪਰ ਚੁੱਕਣ ਨਾਲੋਂ ਆਪਣੇ ਪਰਿਵਾਰਾਂ ਨੂੰ ਉੱਪਰ ਚੁੱਕਿਆ, ਆਪਣੇ ਬਿਜ਼ਨਸ ਵਧਾਏ ਔਰ ਜੋ ਕੁਝ ਵੀ ਕਿਹਾ ਵੀ ਝੂਠੇ ਪਰਚੇ ਪਾਉਣੇ, ਰਿਸ਼ਵਤਖੋਰੀ, ਭ੍ਰਿਸ਼ਟਾਚਾਰ, ਜਿਹੜੀਆਂ ਕੇਂਦਰ ਸਰਕਾਰ ਵੱਲੋਂ ਪੈਸੇ ਆਉਂਦੇ ਸੀ ਸਕੀਮਾਂ ਤਹਿਤ, ਉਹਨੂੰ ਹੋਰ ਪਾਸੇ ਡਾਈਵਰਟ ਕਰਕੇ ਆਪਣੇ ਚਹੇਤਿਆਂ ਨੂੰ ਜੋ ਵੀ ਕੁਝ ਕਰ ਸਕਦੇ ਸੀ, ਜਿੰਨਾ ਕੁ ਵੀ ਆਪਾਂ ਕਹਿ ਸਕਦੇ ਹਾਂ ਵੀ ਜਿੰਨਾ ਕੁ ਗੰਦ ਪੈ ਸਕਦਾ ਸੀ। ਹਾਲਾਂਕਿ ਸ਼ਬਦ ਆਪਾਂ ਨੂੰ ਵਰਤਣਾ ਨਹੀਂ ਚਾਹੀਦਾ, ਪਰ ਪਿਛਲੇ 50 ਸਾਲਾਂ ਤੋਂ ਜਿਸ ਕਿਸਮ ਦੇ ਅਸੀਂ ਹਾਲਾਤ ਦੇਖ ਰਹੇ ਹਾਂ, ਉਹਦੇ 'ਚੋਂ ਇਹ ਸ਼ਬਦ ਜਦੋਂ ਜੇ ਆਪਾਂ ਵਰਤਦੇ ਵੀ ਆ ਤਾਂ ਮਾੜਾ ਨਹੀਂ ਲੱਗਦਾ ਵੀ ਜਿੰਨਾ ਕੁ ਉਹਨਾਂ ਨੇ ਘਟੀਆ ਕੰਮ ਕਰ ਦਿੱਤਾ ਸੀ। ਲੋਕ ਇੰਨੇ ਬਦਜ਼ਨ ਹੋਏ ਸੀ, ਉਹਨਾਂ ਦੇ ਬੱਚਿਆਂ ਲਈ ਕੋਈ ਰੁਜ਼ਗਾਰ ਨਹੀਂ, ਉਹਨਾਂ ਦੇ ਬੱਚਿਆਂ ਲਈ ਜਾਂ ਉਹਨਾਂ ਲਈ ਕੋਈ ਸਿੱਖਿਆ ਦਾ ਚੰਗਾ ਸਾਧਨ ਨਹੀਂ, ਤੇ ਨਾ ਹੀ ਸਿਹਤ ਸਹੂਲਤਾਂ ਨੇ ਜਾਂ ਨਾ ਕੋਈ ਸਮਾਜਿਕ ਬੁਢਾਪਾ ਪੈਨਸ਼ਨ ਜਾਂ ਸੋਸ਼ਲ ਸਿਕਿਉਰਿਟੀ ਇਸ ਤਰ੍ਹਾਂ ਦੀ ਹੈ। ਸੋ ਪੰਜਾਬ ਬੁਰੀ ਤਰ੍ਹਾਂ ਉੱਭਲ ਰਿਹਾ ਸੀ, ਬਹੁਤ ਸਾਰੀਆਂ ਸਮੱਸਿਆਵਾਂ, ਕਿਸਾਨੀ ਆਪਣੇ ਤੌਰ ਤੇ ਤੰਗ ਸੀ, ਨੌਜਵਾਨ ਬੇਰੁਜ਼ਗਾਰੀ ਕਾਰਨ ਆਪਣੇ ਤੌਰ ਤੇ ਤੰਗ ਨੇ, ਉਹ 40-40 50-50 ਲੱਖ ਰੁਪਇਆ ਲਾ ਕੇ ਵਿਦੇਸ਼ਾਂ ਨੂੰ ਭੱਜ ਰਹੇ ਸੀ। ਸੋ ਇਸ ਸਿਸਟਮ 'ਚੋਂ ਆ ਉਹ ਦੋ ਪਾਰਟੀਆਂ ਦਾ ਜਦੋਂ ਇੱਕ ਫਰੈਂਡਲੀ ਮੈਚ ਚੱਲ ਰਿਹਾ ਸੀ ਪੰਜਾਬ ਵਿੱਚ, ਉਹ ਤੋਂ ਤੰਗ ਆਏ ਲੋਕਾਂ ਨੇ ਜਿਸ ਕਿਸਮ ਦਾ ਫਤਵਾ ਦਿੱਤਾ ਉਹ ਸਾਡੇ ਸਾਹਮਣੇ ਆ। ਸੋ ਬਹੁਤ ਤੰਗੀ ਤੋਂ ਬਾਅਦ ਲੋਕਾਂ ਨੇ ਇਸ ਤਰ੍ਹਾਂ ਦਾ ਫਤਵਾ ਦਿੱਤਾ। ਨਵੀਂ ਸਰਕਾਰ ਆਈ ਹੈ, ਬੜੀਆਂ ਆਸਾਂ ਤੇ ਉਮੀਦਾਂ ਨਾਲ ਆਈ ਹੈ। ਤੁਸੀਂ ਦੇਖੋ ਵੀ ਲੋਕਾਂ ਨੇ ਵੋਟ ਪਾਉਣ ਵੇਲੇ ਇਹ ਨਹੀਂ ਦੇਖਿਆ ਵੀ ਉੱਥੇ ਆਦਮੀ ਜਾਂ ਔਰਤ ਕੌਣ ਉਮੀਦਵਾਰ ਆ, ਉਹਨਾਂ ਨੇ ਸਿਰਫ ਉਹਨਾਂ ਦਾ ਚੋਣ ਨਿਸ਼ਾਨ ਦੇਖਿਆ, ਝਾੜੂ ਦੇ ਬਟਨ ਤੇ ਉਹਨਾਂ ਨੇ ਦੱਬਿਆ ਹੈਗਾ। ਬਹੁਤ ਸਾਰੇ ਹਾਲਾਂਕਿ ਜਿਹੜੇ ਉਮੀਦਵਾਰ ਨੇ ਉਹਨਾਂ ਤੇ ਕੇਸ ਵਗੈਰਾ ਚੱਲਦੇ ਰਹੇ ਨੇ, ਉਹਨਾਂ ਦਾ ਅਪਰਾਧੀ ਪਿਛੋਕੜ ਵੀ ਹੈ, ਪਰ ਇਹਦੇ ਬਾਵਜੂਦ ਵੀ ਲੋਕਾਂ ਨੇ ਉਸ ਗੰਦ ਨੂੰ ਹੁੰਝਣ ਲਈ ਇਹ ਕੁਝ ਨਹੀਂ ਦੇਖਿਆ ਵੀ ਹਾਂ ਕਿਹੜਾ ਬੰਦਾ ਕਿੱਥੇ ਆ ਰਿਹਾ। ਉਹਨਾਂ ਨੇ ਚੋਣ ਨਿਸ਼ਾਨ ਦੇ ਆਧਾਰ ਤੇ ਵੋਟ ਪਾਈ ਔਰ ਇੱਕ ਤਰ੍ਹਾਂ ਨਾਲ ਜਿਹੜਾ ਪੁਰਾਣਾ ਸਿਸਟਮ ਸੀ ਉਹਨੂੰ ਖਤਮ ਕਰਿਆ। ਹੁਣ ਸਰਦਾਰ ਭਗਵੰਤ ਸਿੰਘ ਮਾਨ ਆ ਜਿਹੜੇ ਉਹ ਮੁੱਖ ਮੰਤਰੀ ਬਣੇ ਨੇ, ਲੋਕਾਂ ਦੀਆਂ ਬਹੁਤ ਸਾਰੀਆਂ ਉਮੀਦਾਂ ਨੇ, ਸਹੁੰ ਚੁੱਕ ਲਈ ਹੋਈ ਹੈ ਤੇ ਆਰਥਿਕਤਾ ਦਾ ਬੁਰਾ ਹਾਲ ਹੈ। ਪੰਜਾਬ 'ਚ 3.5 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਸੋ ਉਸ ਕਰਜ਼ੇ ਦੀ ਕਿਸ਼ਤ ਚੁਕਾਉਣ ਦੇ ਨਾਲ ਨਾਲ ਕਿਸ ਤਰ੍ਹਾਂ ਉਹ ਰੁਜ਼ਗਾਰ ਪੈਦਾ ਕਰਨਗੇ, ਕਿਸ ਤਰ੍ਹਾਂ ਹੋਰ ਸਹੂਲਤਾਂ, ਕਿਸ ਤਰ੍ਹਾਂ ਸਕੂਲਾਂ ਤੇ ਪੈਸਾ ਲੱਗੂਗਾ, ਕਿਸ ਤਰ੍ਹਾਂ ਹਸਪਤਾਲਾਂ ਤੇ ਪੈਸਾ ਲੱਗੂਗਾ, ਇਹ ਬਹੁਤ ਵੱਡਾ ਉਹਨਾਂ ਸਾਹਮਣੇ ਬਹੁਤ ਵੱਡੀ ਚੁਣੌਤੀ ਹੈ। ਬੇਸ਼ੱਕ ਉਹ ਆਪ ਇਮਾਨਦਾਰ ਪੋਲੀਟੀਸ਼ੀਅਨ ਨੇ, ਪੰਜਾਬ ਨਾਲ ਜੁੜੇ ਹੋਏ ਵੀ ਨੇ ਔਰ ਪੰਜਾਬੀ ਮਾਂ ਬੋਲੀ ਨੇ ਉਹਨਾਂ ਨੂੰ ਬਹੁਤ ਮਾਣ ਸਤਿਕਾਰ ਦਿੱਤਾ ਤੇ ਪੰਜਾਬ ਲਈ ਉਹ ਕੁਝ ਕਰਨਾ ਵੀ ਚਾਹੁੰਦੇ ਆ, ਪਰ ਇਹਦੇ ਬਾਵਜੂਦ ਵੀ ਜਿਹੜੀਆਂ ਤਕਨੀਕੀ ਹਾਲਤਾਂ ਨੇ ਪੰਜਾਬ ਸਾਹਮਣੇ ਬਹੁਤ ਵੱਡਾ ਮੂੰਹ ਅੱਡੀ ਖੜੀਆਂ ਨੇ। ਸੋ 50 ਸਾਲਾਂ ਦੌਰਾਨ ਜਿਹੜੇ ਰਾਜਨੀਤੀਵਾਨ ਆਏ, ਉਹਨਾਂ ਨੇ ਕਰਜ਼ੇ ਲੈ ਕੇ ਸਾਰੀਆਂ ਜਿਹੜੀਆਂ ਇਮਾਰਤਾਂ ਤੇ ਹੋਰ ਜਿੰਨੀਆਂ ਵੀ ਸਾਡੀਆਂ ਥਾਵਾਂ ਸੀ ਉਹਨਾਂ ਨੂੰ ਮੌਰਗੇਜ ਰੱਖ ਕੇ ਜਿੱਦਾਂ ਕਰਜ਼ੇ ਲਏ ਆ। ਹੁਣ ਪੰਜਾਬ ਕੋਲ ਮੌਰਗੇਜ ਰੱਖਣ ਲਈ ਵੀ ਕੁਝ ਨਹੀਂ ਬਚਿਆ ਤੇ ਇਸ ਹਾਲਤ ਵਿੱਚ ਭਗਵੰਤ ਸਿੰਘ ਮਾਨ ਲਈ ਕੰਮ ਕਰਨਾ, ਉਹ ਇਹਨਾਂ ਚੁਣੌਤੀਆਂ ਨੂੰ ਉਹ ਕਿਸ ਤਰ੍ਹਾਂ ਪੂਰਾ ਕਰਨਗੇ, ਉਹਨਾਂ ਕੋਲ ਵੱਡੀ ਟੀਮ ਹੈ। ਅਫਸਰਸ਼ਾਹੀ ਕਿਸ ਤਰ੍ਹਾਂ ਡੀਲ ਕਰੇਗੀ, ਕਿਉਂਕਿ ਜਿਹੜੀ ਅਫਸਰਸ਼ਾਹੀ ਦੇ ਮੂੰਹ ਨੂੰ ਖੂਨ ਲੱਗ ਚੁੱਕਿਆ ਹੋਇਆ ਭ੍ਰਿਸ਼ਟਾਚਾਰ ਦਾ, ਉਹ ਇੱਕਦਮ ਜਾਂ 5-10 ਦਿਨਾਂ 'ਚ ਜਾਂ 2-4 ਸਾਲਾਂ ਵਿੱਚ ਖਤਮ ਹੋਣ ਵਾਲਾ ਨਹੀਂ ਹੈ। ਸੋ ਅਫਸਰਸ਼ਾਹੀ ਇੰਨੀ ਚਲਾਕ ਹੈ ਕਿ ਉਹ ਪਤਾ ਹੀ ਨਹੀਂ ਲੱਗਣ ਦਿੰਦੀ ਰਾਜਨੀਤੀਵਾਨਾਂ ਨੂੰ ਵੀ ਪੈਸਾ ਕਿੱਧਰੋਂ ਆਇਆ ਤੇ ਕਿੱਧਰ ਚਲਿਆ ਗਿਆ ਨਾ। ਸੋ ਉਹ ਆਪਣੀਆਂ ਅੱਖਾਂ ਦੱਬ ਕੇ ਇੱਕ ਦੂਜੇ ਨਾਲ ਹੀ ਗਿਟਮਿਟ ਕਰਕੇ ਤੇ ਪੈਸੇ ਦਾ ਹੇਰ ਫੇਰ ਕਰ ਜਾਂਦੇ ਆ। ਉਸ ਲਈ ਬਹੁਤ ਸੁਚੇਤ ਔਰ ਸਮਰੱਥ ਰਾਜਨੀਤੀਵਾਨਾਂ ਦੀ ਲੋੜ ਆ ਪੰਜਾਬ ਨੂੰ। ਸੋ ਭਗਵੰਤ ਮਾਨ ਇਸ ਮਾਮਲੇ ਵਿੱਚ ਖਰੇ ਉਤਰ ਸਕਦੇ ਆ, ਪਰ ਉਹਨਾਂ ਦੇ ਨਾਲ ਦੀ ਟੀਮ ਨੂੰ ਵੀ ਉਨਾ ਹੀ ਸਮਰੱਥ ਔਰ ਤਕੜਾ ਤਾਕਤਵਰ ਹੋਣਾ ਪਊਗਾ, ਕਿਉਂਕਿ ਅਫਸਰਸ਼ਾਹੀ ਡਰਾ ਲੈਂਦੀ ਹੁੰਦੀ ਆ ਪੋਲੀਟੀਸ਼ੀਅਨਸ ਨੂੰ ਵੀ ਆਹ ਹੋ ਜਾਊਗਾ ਜੀ, ਇਹਦੇ ਨਾਲ ਆਹ ਹੋ ਜਾਊਗਾ। ਸੋ ਮੰਤਰੀਆਂ ਨੂੰ ਪਤਾ ਹੋਣਾ ਚਾਹੀਦਾ ਕਾਨੂੰਨੀ ਤੌਰ ਤੇ ਵੀ ਅਸੀਂ ਕਿੰਨਾ ਕੰਮ ਕਰ ਸਕਦੇ ਹਾਂ, ਕਿੰਨੀਆਂ ਸਾਡੀਆਂ ਬਾਉਂਡਰੀਜ਼ ਨੇ, ਕਿੰਨੀਆਂ ਸਾਡੀਆਂ ਲੱਤਾਂ ਖਿੱਚੀਆਂ ਜਾ ਰਹੀਆਂ ਨੇ। ਸੋ ਜੇ ਉਹ ਤਾਕਤਵਰ ਲੀਡਰ ਹੋਣਗੇ ਤਾਂ ਅਫਸਰਸ਼ਾਹੀ ਨੂੰ ਡਰਾ ਕੇ ਤੇ ਅਫਸਰਸ਼ਾਹੀ ਤੋਂ ਕੰਮ ਲੈ ਸਕਦੇ ਆ, ਵਰਨਾ ਅਫਸਰਸ਼ਾਹੀ ਉਹਨਾਂ ਤੇ ਭਾਰੂ ਹੋ ਜਾਵੇਗੀ ਤੇ ਫਿਰ ਪੰਜਾਬ ਦਾ ਭਲਾ ਨਹੀਂ ਹੋਵੇਗਾ, ਇਹਨਾਂ ਅਫਸਰਾਂ ਦੀਆਂ ਜੇਬਾਂ ਹੀ ਭਰਨਗੀਆਂ। ਜੀ ਬਿਲਕੁਲ ਚੁਣੌਤੀਆਂ ਦੀ ਤੁਸੀਂ ਜਿਵੇਂ ਗੱਲ ਕੀਤੀ ਹੈ ਕਿ 50 ਸਾਲ ਤੋਂ ਇਹ ਸਿਸਟਮ ਜਿਹੜਾ ਕਰਪਟ ਹੋਇਆ ਹੈ। ਸੋ ਸਮੇਂ ਦੇ ਉੱਤੇ ਜਿਹੜਾ ਹੈ ਉਹ ਲੀਡਰ ਲਾਰੇ ਲਾਉਂਦੇ ਰਹੇ ਨੇ, ਭ੍ਰਿਸ਼ਟਾਚਾਰ ਕਰਦੇ ਰਹੇ ਆ, ਜਿਸ ਨਾਲ ਅੱਜ ਸਾਡੇ ਇਹ ਹਾਲਾਤ ਨੇ ਕਿ ਇੱਕ ਵੱਡੀ ਚੁਣੌਤੀ ਭਗਵੰਤ ਮਾਨ ਹੋਰਾਂ ਦੇ ਅੱਗੇ ਹੈ। 3.5 ਲੱਖ ਕਰੋੜ ਦਾ ਕਰਜ਼ਾ ਕਿਹਾ ਜਾਂਦਾ, ਭ੍ਰਿਸ਼ਟਾਚਾਰ ਜਿਹੜਾ ਉਹ ਸਿਖਰਾਂ ਦੇ ਉੱਤੇ ਹੈਗਾ। ਸਿਰ ਦੂਸਰੇ ਪਾਸੇ ਸਵਾਲ ਜਿਹੜਾ ਮੇਰੇ ਮਨ ਦੇ ਵਿੱਚ ਆ ਰਿਹਾ ਕਿ ਕੀ ਇਹ ਇੰਡੀਪੈਂਡੈਂਟਲੀ ਸਰਕਾਰ ਜਿਹੜੀ ਆ ਉਹ ਰਨ ਕਰ ਸਕਣਗੇ, ਮਤਲਬ ਆਪਣੇ ਤੌਰ ਤੇ ਫੈਸਲੇ ਲੈ ਸਕਣਗੇ? ਕਿਤੇ ਦਿੱਲੀ ਦੀ ਸਰਕਾਰ ਯਾਨੀ ਕਿ ਜਿਹੜੇ ਸੁਪਰੀਮੋ ਨੇ ਅਰਵਿੰਦ ਕੇਜਰੀਵਾਲ, ਉਹਨਾਂ ਦਾ ਇੰਟਰਫੇਰੈਂਸ ਤਾਂ ਨਹੀਂ ਹੋਊਗਾ ਪੰਜਾਬ ਦੇ ਮਸਲਿਆਂ ਦੇ ਵਿੱਚ, ਜਿਸ ਨੂੰ ਲੈ ਕੇ ਪੰਜਾਬੀ ਚਿੰਤਾ ਦੇ ਵਿੱਚ ਰਹਿੰਦੇ ਆ ਕਿ ਖੇਤਰੀ ਪਾਰਟੀ ਹੋਣੀ ਚਾਹੀਦੀ ਹੈ। ਖੈਰ ਇਹ ਖੇਤਰੀ ਪਾਰਟੀ ਤਾਂ ਨਹੀਂ, ਪਰ ਇਹ ਤੋਂ ਆਸਾਂ ਉਮੀਦਾਂ ਬਹੁਤ ਹੈ। ਤੇ ਜੇਕਰ ਉਹ ਇੰਟਰਫੇਰੈਂਸ ਹੁੰਦਾ ਹੈ ਤਾਂ ਫਿਰ ਕਿਵੇਂ ਉਹ ਸਾਰਾ ਕੁਝ ਪੰਜਾਬ ਵਾਸਤੇ ਕਰ ਸਕਣਗੇ ਜੋ ਪੰਜਾਬ ਦੇ ਹੱਕਾਂ ਦੀ ਗੱਲ ਹੈਗੀ ਹੈ?
हाँ जी, ਉਹ ਲਗਾਤਾਰ ਦਖਲਅੰਦਾਜ਼ੀ ਕਰਨਗੇ ਕਿਉਂਕਿ ਉਹਨਾਂ ਦੀ ਆਦਤ ਬਣ ਚੁੱਕੀ ਹੈ ਅਰਵਿੰਦ ਕੇਜਰੀਵਾਲ ਦੀ, ਹੈ ਨਾ। ਉਹ ਸਮਝਦੇ ਆ ਵੀ ਪੰਜਾਬ, ਹਾਲਾਂਕਿ ਉਹ ਮੁੱਖ ਮੰਤਰੀ ਦਿੱਲੀ ਦੇ ਨੇ, ਉਹਨਾਂ ਨੂੰ ਦਿੱਲੀ ਤੱਕ ਸੀਮਿਤ ਰਹਿਣਾ ਚਾਹੀਦਾ, ਹੈ ਨਾ। ਉਹਨਾਂ ਨੂੰ ਪੰਜਾਬ ਦੀਆਂ ਜੋ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਜਾਂ ਕਾਰਵਾਈਆਂ ਉਹਨਾਂ ਬਾਰੇ ਕੁਝ ਵੀ ਨਹੀਂ ਬੋਲਣਾ ਚਾਹੀਦਾ। ਉਹਨਾਂ ਦਾ ਪੰਜਾਬ ਨਾਲ ਤਕਨੀਕੀ ਤੌਰ ਤੇ ਕੋਈ ਲੈਣਾ ਦੇਣਾ ਨਹੀਂ ਹੈ। ਹਾਂ, ਉਹ ਆਮ ਆਦਮੀ ਪਾਰਟੀ ਦੇ ਮੁਖੀ ਨੇ, ਆਪਣੇ ਜਿਹੜੇ ਆਪਣੇ ਪਾਰਟੀ ਦੇ ਲੀਡਰ ਨੇ, ਜਿੱਦਾਂ ਭਗਵੰਤ ਮਾਨ ਉਹਨਾਂ ਦੀ ਪਾਰਟੀ ਦਾ ਲੀਡਰ ਆਇਆ, ਐਮਐਲਏ ਪੰਜਾਬ ਦੇ ਉਹਨਾਂ ਦੀ ਪਾਰਟੀ ਦੇ ਲੀਡਰ ਨੇ, ਉਹਨਾਂ ਨੂੰ ਬਿਹਾਈਂਡ ਦੀ ਸੀਨ ਲਿਖਤੀ ਤੌਰ ਤੇ ਜਾਂ ਜ਼ਬਾਨੀ ਹਦਾਇਤਾਂ ਦੇ ਸਕਦੇ ਆ ਵੀ ਇਸ ਤਰ੍ਹਾਂ ਕਰ ਲਿਓ, ਇਸ ਤਰ੍ਹਾਂ ਕੀਤਾ ਜਾ ਸਕਦਾ, ਇੱਕ ਸਲਾਹ ਦੇ ਸਕਦੇ ਆ। ਪਰ ਜੇ ਉਹ ਲਗਾਤਾਰ ਦਖਲਅੰਦਾਜ਼ੀ ਕਰਨਗੇ, ਜਿਹੜੀ ਕਿ ਉਹਨਾਂ ਨੇ ਪਿਰਤ ਪਾ ਵੀ ਲਈ ਆ। ਪਿਛਲੇ ਦਿਨੀ ਭਗਵੰਤ ਮਾਨ ਉਹਨਾਂ ਨੇ ਭ੍ਰਿਸ਼ਟਾਚਾਰ ਦੇ ਖਿਲਾਫ ਇੱਕ ਵੀਡੀਓ ਪਾਈ ਸੀ, ਉਹ ਤੋਂ 5-10 ਮਿੰਟ ਬਾਅਦ ਹੀ ਅਰਵਿੰਦ ਕੇਜਰੀਵਾਲ ਲਾਈਵ ਹੋ ਕੇ ਪੰਜਾਬ ਬਾਰੇ ਬੋਲ ਰਹੇ ਆ। ਉਹ ਇਹ ਬਿਲਕੁਲ ਗਲਤ ਗੱਲ ਆ। ਉਹਨਾਂ ਨੂੰ ਚਾਹੀਦਾ ਵੀ ਉਹਨਾਂ ਨੂੰ ਆਪਣੀ ਪੰਜਾਬ ਵਾਲੀ ਯੂਨਿਟ ਤੇ ਭਰੋਸਾ ਰੱਖਣਾ ਚਾਹੀਦਾ। ਪੰਜਾਬ ਵਾਲੇ ਪੰਜਾਬ ਨੂੰ ਵਧੀਆ ਢੰਗ ਨਾਲ ਚਲਾ ਸਕਦੇ ਆ। ਦਖਲਅੰਦਾਜ਼ੀ ਉਹ ਡਟ ਕੇ ਕਰਨਗੇ, ਪਰ ਇਹਦੇ ਚ ਹੁਣ ਭਗਵੰਤ ਮਾਨ ਤੇ ਡਿਪੈਂਡ ਕਰਦਾ ਹੈ ਵੀ ਉਹ ਕਿੰਨੇ ਕੁ ਤਾਕਤਵਰ ਨੇ, ਉਹ ਉਸ ਦਖਲਅੰਦਾਜ਼ੀ ਨੂੰ ਹੋਣ ਦਿੰਦੇ ਆ ਨਹੀਂ ਹੋਣ ਦਿੰਦੇ। ਹੁਣ ਪੰਜਾਬ ਦੀ ਲੀਡਰਸ਼ਿਪ ਦੇ ਸਿਰ ਜ਼ਿੰਮੇਵਾਰੀ ਆ ਵੀ ਉਹ ਦਿੱਲੀ ਵਾਲਿਆਂ ਨੂੰ ਪੰਜਾਬ ਵਿੱਚ ਦਖਲ ਨਾ ਦੇਣ, ਹਨਾ। ਇੱਕ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਉਹ ਸਲਾਹ ਜ਼ਰੂਰ ਲੈ ਲੈਣ, ਪਰ ਪੰਜਾਬ ਦੇ ਹਿੱਤਾਂ ਲਈ, ਪੰਜਾਬ ਦੇ ਹਿੱਤ ਦਿੱਲੀ ਨਾਲੋਂ ਤੇ ਹਰਿਆਣੇ ਨਾਲੋਂ ਬਿਲਕੁਲ ਵੱਖਰੇ ਆ। ਸੋ ਹੁਣ ਹਰਿਆਣੇ ਦੇ ਮੁੱਖ ਮੰਤਰੀ ਨੇ ਵੀ ਕਹਿ ਦਿੱਤਾ ਵੀ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆ, SYL ਬਣਾ ਕੇ ਅਸੀਂ ਦਿੱਲੀ ਤੱਕ ਪਾਣੀ ਲੈ ਕੇ ਜਾਣਾ, ਹਨਾ। ਸੋ ਇਹ ਇਸ ਤਰ੍ਹਾਂ ਦੀਆਂ ਕਾਰਵਾਈਆਂ ਉਹ ਕਰਨਗੇ, ਲਗਾਤਾਰ ਕਰਨਗੇ। ਪਰ ਪੰਜਾਬ ਦੇ ਹਿੱਤਾਂ ਲਈ ਖੜਨ ਵਾਲੀ ਜਿਹੜੀ ਲੀਡਰਸ਼ਿਪ ਆ, ਜੇ ਉਹ ਤਾਕਤਵਰ ਆ, ਉਹਦੀਆਂ ਲੱਤਾਂ ਵਿੱਚ ਜਾਨ ਹੈ, ਤਾਂ ਉਹ ਅਰਵਿੰਦ ਕੇਜਰੀਵਾਲ ਦੀਆਂ ਇਹਨਾਂ ਕਾਰਵਾਈਆਂ ਨੂੰ ਰੋਕ ਸਕਦੀ ਆ। ਉਹਨਾਂ ਨਾਲ ਲੜਨ ਦੀ ਲੋੜ ਨਹੀਂ, ਇਹੀ ਆ ਵੀ ਉਹਨਾਂ ਦੇ ਹੁਕਮ ਨਾ ਮੰਨੇ ਜਾਣ, ਠੀਕ ਹੈ। ਜੇ ਕੋਈ ਪੰਜਾਬ ਦੇ ਹਿੱਤ ਵਿੱਚ ਹੈਗਾ, ਜਿਹੜਾ ਉਹਨਾਂ ਦੀ ਕੋਈ ਸਲਾਹ, ਉਹ ਮੰਨ ਲਈ ਜਾਵੇ। ਜੇ ਉਹ ਨਜਾਇਜ਼ ਕੋਈ ਦਖਲਅੰਦਾਜ਼ੀ ਕਰਦੇ ਆ ਪੰਜਾਬ ਦੇ ਜਾਂ ਸਿੱਖਾਂ ਦੇ ਹਿੱਤਾਂ ਦੇ ਖਿਲਾਫ, ਤਾਂ ਉਹਦਾ ਫੈਸਲਾ ਪੰਜਾਬ ਦੀ ਲੀਡਰਸ਼ਿਪ ਨੂੰ ਕਰਨਾ ਚਾਹੀਦਾ, ਨਾ ਕਿ ਕੇਜਰੀਵਾਲ ਨੂੰ। ਜੀ ਬਿਲਕੁਲ ਬਿਲਕੁਲ, ਕਿਉਂਕਿ ਪੰਜਾਬ ਜਿਹੜਾ ਹੈ ਉਹ ਦਿੱਲੀ ਨਾਲੋਂ ਵੀ ਵੱਖਰਾ ਹੈ, ਤੇ ਪੰਜਾਬੀ ਜਿਹੜੇ ਲੀਡਰ ਨੇ ਉਹ ਉਹਨੂੰ ਭਲੀ ਭਾਂਤ ਸਮਝ ਸਕਦੇ ਨੇ ਕਿ ਪੰਜਾਬ ਦਾ ਦੁਖਾਂਤ ਕੀ ਹੈ, ਪੰਜਾਬ ਦੇ ਪਾਣੀਆਂ ਦਾ ਮਸਲਾ ਕੀ ਹੈ, ਕਿਉਂਕਿ ਉਹ ਜੰਮੇ ਹੋਏ ਜਾਏ ਉਸ ਧਰਤੀ ਦੇ ਨੇ। ਜੇ ਕੋਈ ਬਾਹਰਲੀ ਸਟੇਟ ਦਾ ਹੈ, ਭਾਵੇਂ ਉਹ ਕਿਸੇ ਪਾਰਟੀ ਦਾ ਪ੍ਰਧਾਨ ਹੀ ਕਿਉਂ ਨਾ ਹੋਵੇ, ਉਹ ਤਰੀਕੇ ਨਾਲ ਨਹੀਂ ਸਮਝ ਸਕਦਾ, ਉਹ ਆਪਣੇ ਤਰੀਕੇ ਨਾਲ ਹੈਂਡਲ ਕਰੇਗਾ। ਪਰ ਪੰਜਾਬ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਆਪਣੇ ਤਰੀਕੇ ਦੇ ਨਾਲ ਇਸ ਨੂੰ ਹੈਂਡਲ ਕਰਨਾ ਚਾਹੀਦਾ। ਭਾਜੀ, ਅਗਲੀ ਜਿਹੜੀ ਗੱਲ ਹੈ ਉਹ ਨਾਲੋਂ ਨਾਲ ਢੁਕਦੀ ਹੈ, ਜਿਵੇਂ ਤੁਸੀਂ ਦੱਸਿਆ ਕਿ ਕੁਝ ਦੇਰ ਬਾਅਦ ਉਹਨਾਂ ਦੀ ਵੀਡੀਓ ਵੀ ਅਰਵਿੰਦ ਕੇਜਰੀਵਾਲ ਹੋਰਾਂ ਦੀ ਆ ਗਈ ਹੈ। ਸੋ ਐਸੀ ਇੱਕ ਹੋਰ ਵੀਡੀਓ ਵੀ ਉਹਨਾਂ ਦੀ ਆਈ ਹੈ ਮੇਰਾ ਖਿਆਲ, ਕਿ ਜਿਹਦੇ ਵਿੱਚ ਉਹ ਪੰਜਾਬ ਦੇ ਦੂਸਰੇ ਲੀਡਰਾਂ ਨੂੰ ਭਰੋਸਾ ਦੇ ਰਹੇ ਨੇ। ਇੱਕ ਆਪਾਂ ਕਹਿ ਲਈਏ ਵੀ ਇਹ ਕਹਿ ਰਹੇ ਵੀ ਤੁਹਾਡਾ ਮੰਤਰੀ ਮੰਡਲ 'ਚ ਨਾਮ ਨਹੀਂ ਆਇਆ ਤੇ ਕੋਈ ਗੱਲ ਨਹੀਂ, ਤੁਸੀਂ ਸਾਡੇ ਵਾਸਤੇ ਬਹੁਤ ਮਾਇਨੇ ਰੱਖਦੇ ਹੋ, ਤੁਸੀਂ ਇਸ ਤਰ੍ਹਾਂ ਹੈਗਾ ਜੋ ਵੀ ਹੈਗਾ। ਲੀਡਰਾਂ ਦੀ ਨਾਰਾਜ਼ਗੀ ਝਲਕੀ ਹੈ ਜਦੋਂ ਕੈਬਨਿਟ ਦੇ ਵਿੱਚ ਜਿਹੜੇ ਮਿਨਿਸਟਰ ਲਏ ਗਏ, ਜਿਹੜੇ ਲੀਡਰ, ਉਸ ਤੋਂ ਇਲਾਵਾ ਜਿਨ੍ਹਾਂ ਦਾ ਨਾਮ ਨਹੀਂ ਆਇਆ, ਸੋ ਉਹਨਾਂ ਦੇ ਵਿੱਚ ਨਾਰਾਜ਼ਗੀ ਝਲਕਦੀ ਹੈ। ਇਹਨੂੰ ਕਿਵੇਂ ਦੇਖਦੇ ਹੋ? ਹਾਂਜੀ, ਇਹ ਵੈਸੇ ਹਰੇਕ ਲੀਡਰ ਦੀ ਇਹ ਕਮਜ਼ੋਰੀ ਰਹੀ ਆ। ਪ੍ਰਕਾਸ਼ ਸਿੰਘ ਬਾਦਲ ਦੀ ਵੀ ਕਮਜ਼ੋਰੀ ਆ, ਕੈਪਟਨ ਅਮਰਿੰਦਰ ਸਿੰਘ ਦੀ ਵੀ ਰਹੀ ਆ, ਅਰਵਿੰਦ ਕੇਜਰੀਵਾਲ ਦੀ ਵੀ ਰਹੀ ਆ। ਹਰੇਕ ਰਾਜਨੀਤੀਵਾਨ ਦੀ ਇਹ ਕਮਜ਼ੋਰੀ ਰਹੀ ਆ ਕਿ ਮੇਰੇ ਤੋਂ ਵੱਧ ਪੜ੍ਹਿਆ ਲਿਖਿਆ, ਮੇਰੇ ਤੋਂ ਵੱਧ ਇੰਟੈਲੈਕਚੁਅਲੀ ਸਾਊਂਡ ਆ, ਮੇਰੇ ਤੋਂ ਵੱਧ ਸਮਰੱਥ ਲੀਡਰ ਆ ਮੇਰੀ ਕੈਬਨਿਟ ਵਿੱਚ ਜਾਂ ਮੇਰੀ ਟੀਮ ਵਿੱਚ ਨਾ ਆਵੇ। ਸੋ ਹਰੇਕ ਲੀਡਰ ਦਾ ਇਹ ਕਮਜ਼ੋਰੀ ਹੁੰਦੀ ਵੀ ਮੇਰੇ ਨਾਲੋਂ ਕਮਜ਼ੋਰ, ਮੇਰੀ ਆਗਿਆ ਵਿੱਚ ਰਹਿਣ ਵਾਲੇ, ਮੇਰੀ ਹਾਂ ਵਿੱਚ ਹਾਂ ਮਿਲਾਉਣ ਵਾਲੇ, ਜਾਂ ਇਸ ਤਰ੍ਹਾਂ ਦੇ ਲੀਡਰ ਆ ਜਿਹੜੇ ਮੇਰੇ ਆਲੇ ਦੁਆਲੇ ਹੋਣ, ਤਾਂ ਕਿ ਮੈਂ ਆਪਣੇ ਮਨ ਦੀਆਂ ਕਰ ਸਕਾਂ। ਸੋ ਜਿਹੜਾ ਮੰਤਰੀ ਮੰਡਲ ਦਾ ਵਿਸਤਾਰ ਹੋਇਆ, ਉਹਦੇ ਵਿੱਚੋਂ ਵੱਡੇ ਚਿਹਰਿਆਂ ਨੂੰ ਗੈਰ ਹਾਜ਼ਰ ਰਹਿਣਾ, ਜਿਹਦੇ ਵਿੱਚੋਂ ਅਮਨ ਅਰੋੜਾ, ਪ੍ਰੋਫੈਸਰ ਬਲਜਿੰਦਰ ਕੌਰ, ਬੀਬੀ ਮਾਣੂਕੇ ਜਿਹੜੇ ਜਗਰਾਉਂ ਤੋਂ, ਔਰ ਖਾਸ ਕਰਕੇ ਸਭ ਤੋਂ ਪੜ੍ਹੇ ਲਿਖੇ ਵਿਅਕਤੀ ਕੁੰਵਰ ਵਿਜੇ ਪ੍ਰਤਾਪ ਸਿੰਘ, ਜਿਹੜੇ ਕਿ ਜਿਨ੍ਹਾਂ ਨੇ ਬਹੁਤ ਵੱਡੀ ਕੁਰਬਾਨੀ ਕਰੀ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਬੇਅਦਬੀਆਂ ਹੋਈਆਂ ਸੀ, ਉਸ ਮਾਮਲੇ ਵਿੱਚ ਆਪਣੀ ਨੌਕਰੀ ਤੋਂ ਅਸਤੀਫਾ ਦੇ ਕੇ, ਉਸ ਇੰਨੇ ਪੜ੍ਹੇ ਲਿਖੇ ਇਨਸਾਨ ਨੂੰ ਵੀ ਹਾਲੇ ਤੱਕ ਕੈਬਨਿਟ ਵਿੱਚ ਥਾਂ ਨਹੀਂ ਦਿੱਤੀ ਗਈ, ਹਨਾ। ਹਾਲਾਂਕਿ ਸਿਰਫ 7 ਸੀਟਾਂ ਬਾਕੀ ਨੇ, ਅਗਲੀਆਂ 7 ਸੀਟਾਂ ਵਿੱਚ ਉਹਨਾਂ ਦਾ ਨਾਂ ਆਵੇ ਨਾ ਆਵੇ ਉਹ ਵੱਖਰੀ ਗੱਲ ਆ ਨਾ। ਸੋ ਇਹ ਭਗਵੰਤ ਮਾਨ ਨੇ ਫੈਸਲਾ ਤਾਂ ਲਿਆ ਵੀ ਸ਼ਹੀਦ ਭਗਤ ਸਿੰਘ ਦੀ ਧਰਤੀ ਤੇ ਖੜ ਕੇ ਜਿਹੜੀ ਆ ਉਹ ਸਹੁੰ ਚੁੱਕੀ ਆ, ਪਰ ਉਹਨਾਂ ਦੇ ਪਹਿਲੇ ਫੈਸਲੇ ਵਿੱਚੋਂ ਹੀ ਭਗਤ ਸਿੰਘ ਵਾਲੀ ਸੋਚ ਦਾ ਕੁਝ ਨਹੀਂ ਨਿਕਲ ਰਿਹਾ ਨਾ। ਸੋ ਭਗਤ ਸਿੰਘ ਦੀ ਸੋਚ ਆਪਣੇ ਵਰਗੇ ਜਿਹੜੇ ਸਮਰੱਥ ਲੀਡਰ ਪੈਦਾ ਕਰਨ ਦੀ ਸੀ, ਵੀ ਮੇਰੇ ਵਰਗੇ ਬਹੁਤ ਸਾਰੇ ਲੀਡਰ ਪੈਦਾ ਹੋਣ। ਸੋ ਜਿਹੜੀ ਕੈਬਨਿਟ ਲਿਆਂਦੀ ਗਈ ਆ, ਉਹਦੇ 'ਚ ਵੀ ਜਿਹੜੇ ਕਮਜ਼ੋਰ ਤੇ ਆਗਿਆਕਾਰ ਵਿਅਕਤੀ ਨੇ, ਇਹੋ ਹੀ ਪ੍ਰਕਾਸ਼ ਸਿੰਘ ਬਾਦਲ ਕਰਦੇ ਸੀ, ਇਹੋ ਹੀ ਕੈਪਟਨ ਅਮਰਿੰਦਰ ਸਿੰਘ ਕਰਦੇ ਸੀ। ਸੋ ਪਹਿਲੀ ਝਲਕ ਆ ਜਿਹੜੀ ਕੈਬਨਿਟ ਨੂੰ ਬਣਾਉਣ ਦੀ, ਉਹਦੇ ਵਿੱਚੋਂ ਉਹ ਪ੍ਰਕਾਸ਼ ਸਿੰਘ ਬਾਦਲ ਵਾਲੀ ਨੀਤੀ ਸਾਨੂੰ ਸਮਝ ਆ ਰਹੀ ਆ ਵੀ ਕਮਜ਼ੋਰ ਲੀਡਰਸ਼ਿਪ ਲਈ ਗਈ ਆ। ਇਸੇ ਕਰਕੇ ਲੀਡਰਾਂ ਵਿੱਚ ਗੁੱਸਾ ਹੈ। ਬੀਬੀ ਬਲਜਿੰਦਰ ਕੌਰ ਨੇ ਤਾਂ ਇੱਕ ਟਵੀਟ ਪਾਇਆ ਸੀ ਵੀ ਜੇ ਸਾਨੂੰ ਆਪਣਿਆਂ ਦੇ ਸਾਹਮਣੇੋਂ ਆਪਣੀ ਭਰੋਸੇਯੋਗਤਾ ਸਾਬਤ ਕਰਨੀ ਪਈ
ਤਾਂ ਫਿਰ ਸਾਡਾ ਪਾਰਟੀ ਵਿੱਚ ਰਹਿਣ ਦਾ ਕੀ ਫਾਇਦਾ, ਹਨਾ। ਸੋ ਇਸ ਤਰ੍ਹਾਂ ਦਾ ਟਵੀਟ ਕਰਿਆ, ਬਾਅਦ ਚੋਂ ਰੌਲਾ ਪੈਣ ਤੇ ਉਹਨਾਂ ਨੇ ਡਿਲੀਟ ਕਰ ਦਿੱਤਾ। ਈਵਨ ਅਮਨ ਅਰੋੜਾ ਵੀ ਬੇਸ਼ੱਕ ਸ਼ਬਦੀ ਤੌਰ ਤੇ ਕਹਿ ਰਹੇ ਆ ਵੀ ਅਸੀਂ ਪਾਰਟੀ ਦੇ ਨਾਲ ਆ, ਪਰ ਉਹਨਾਂ ਦੇ ਚਿਹਰੇ ਤੋਂ ਜਿਹੜਾ ਦਰਦ ਝਲਕ ਰਿਹਾ। ਇਸੇ ਤਰ੍ਹਾਂ ਬੀਬੀ ਮਾਣੂਕੇ ਆ ਜਾਂ ਹੋਰ ਲੀਡਰਸ਼ਿਪ ਆ, ਉਹਨਾਂ ਦੇ ਮਨਾਂ ਵਿੱਚ ਦਰਦ ਹੁਣੇ ਤੋਂ ਹੀ ਇਹ ਇੱਕ ਸ਼ੰਕੇ ਜਾਂ ਹਾਲੇ ਇੱਕ ਹਫ਼ਤੇ ਦੀ ਸਰਕਾਰ ਹੋਈ ਹੈ ਤੇ ਸ਼ੰਕੇ ਵਗੈਰਾ ਪੈਦਾ ਹੋ ਰਹੇ ਨੇ। ਤੁਹਾਨੂੰ ਲੱਗਦਾ ਵੀ ਭਗਵੰਤ ਸਿੰਘ ਨੂੰ ਬੜੇ ਲੰਮੇ ਦਾਈਏ ਰੱਖ ਕੇ ਪਾਰਟੀ ਨੂੰ ਪੂਰੇ 5 ਸਾਲ ਚਲਾ ਕੇ ਜਾਂ ਉਸ ਤੋਂ ਬਾਅਦ ਪਾਰਟੀ ਦਾ ਜਿਹੜਾ ਅਕਸ ਹੈ ਉਹ ਨੈਕਸਟ ਟਾਈਮ ਜਿਹੜੀਆਂ ਚੋਣਾਂ ਹੋਣੀਆਂ ਉਦੋਂ ਤੱਕ ਦਾ ਇਹ ਜਿਹੜਾ ਸਾਰਾ ਕਰਨਾ ਚਾਹੀਦਾ ਹੈਗਾ। ਸੋ ਸਾਨੂੰ ਲੱਗਦਾ ਜੇ ਹੁਣੇ ਹੀ ਪਾਰਟੀ ਵਿੱਚ ਤਰੇੜਾ ਆਉਂਦੀਆਂ, ਇਹਦੇ ਨਾਲ ਕੀ ਹੋਵੇਗਾ, ਪਾਰਟੀ ਵਿੱਚ ਦੋ ਧੜੇ ਬਣਨਗੇ। ਇੱਕ ਪੰਜਾਬ ਵਾਲਾ ਧੜਾ ਹੋਊਗਾ, ਇੱਕ ਦਿੱਲੀ ਵਾਲਾ ਧੜਾ। ਦਿੱਲੀ ਵਾਲੇ ਵਾਰ-ਵਾਰ ਕੋਸ਼ਿਸ਼ ਕਰਨਗੇ ਵੀ ਪੰਜਾਬ ਵਾਲੀ ਪਾਰਟੀ ਦਫਾੜ ਹੋਵੇ ਤਾਂ ਕਿ ਸਾਡੀ ਮਨਪਸੰਦ ਦਾ ਮੁੱਖ ਮੰਤਰੀ ਲੱਗੇ ਤੇ ਸਾਡੀ ਮਨਪਸੰਦ ਦਾ ਜਿਹੜਾ ਉਹ ਆ ਕੈਬਨਿਟ ਵਿੱਚ ਜਿਹੜੀ ਕੈਬਨਿਟ ਬਣੇ। ਸੋ ਇਸ ਤਰ੍ਹਾਂ ਕਿਤੇ ਨਾ ਕਿਤੇ ਜਾ ਕੇ ਸਾਨੂੰ ਲੱਗਦਾ ਵੀ ਹੋਰ ਜੇ ਸਾਲ, 1.5 ਸਾਲ, 2 ਸਾਲ ਤੱਕ ਇਸ ਤਰ੍ਹਾਂ ਦੀਆਂ ਗੜਬੜਾਂ ਪੈਦਾ ਹੋਣਗੀਆਂ। ਸੋ ਜੇ ਪੰਜਾਬ ਵਾਲਾ ਧੜਾ ਮਜ਼ਬੂਤ ਹੋਇਆ ਤਾਂ ਸਰਕਾਰ ਉਹਦੇ ਹੱਥ ਵਿੱਚ ਰਹੂਗੀ। ਜੇ ਦਿੱਲੀ ਵਾਲੇ ਪਾਸੇ ਜ਼ਿਆਦਾ ਐਮਐਲਏ ਉੱਲਰ ਗਏ ਫਿਰ ਉਹ ਦਿੱਲੀ ਵਾਲਿਆਂ ਦੀ ਸਰਕਾਰ, ਜਿਹੜਾ ਦਿੱਲੀ ਦਾ ਕਬਜ਼ਾ ਪੰਜਾਬ ਤੇ, ਉਹ ਸਪਸ਼ਟ ਰੂਪ ਵਿੱਚ ਹੋਵੇਗਾ। ਹਾਲ ਦੀ ਘੜੀ ਆਪਾਂ ਇੰਟਰੈਕਟਲੀ ਆਪਾਂ ਕਹਿ ਸਕਦੇ ਹਾਂ ਵੀ ਦਿੱਲੀ ਦਾ ਕਬਜ਼ਾ ਹੋਇਆ, ਪਰ ਫਿਰ ਵੀ ਭਗਵੰਤ ਮਾਨ ਤੇ ਹੋਰ ਪੰਜਾਬ ਦੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਪੰਜਾਬ ਦਾ ਅੰਨ ਖਾਧਾ, ਉਹਨਾਂ ਤੇ ਸਾਨੂੰ ਵਿਸ਼ਵਾਸ ਆ ਉਹ ਪੰਜਾਬ ਨਾਲ ਵਿਸ਼ਵਾਸਘਾਤ ਨਹੀਂ ਕਰਨਗੇ। ਪਰ ਜੇ ਭਵਿੱਖ ਵਿੱਚ ਆ ਕੇ ਇਹ ਹੁੰਦਾ ਵੀ ਦਿੱਲੀ ਵਾਲਾ ਤੇ ਪੰਜਾਬ ਵਾਲਾ ਧੜਾ ਬਣਦਾ, ਉਹਦੇ ਚੋਂ ਫਿਰ ਸਰਕਾਰ ਕਿਹਦੀ ਬਣਦੀ ਹੈ ਜਾਂ ਕਿੱਧਰ ਐਮਐਲਏ ਜ਼ਿਆਦਾ ਜਾਂਦੇ ਆ, ਇਹ ਬਹੁਤ ਵੱਡੀਆਂ ਚੁਣੌਤੀਆਂ ਹੋਣਗੀਆਂ। ਜੇ ਇੱਕ ਪਾਸੇ ਪੰਜਾਬ ਦਾ ਰੁਜ਼ਗਾਰ, ਪੰਜਾਬ ਦੀ ਸਿੱਖਿਆ, ਪੰਜਾਬ ਦਾ ਸਿਹਤ, ਪੰਜਾਬ ਦੇ ਬਜ਼ੁਰਗਾਂ ਦੀ ਸੰਭਾਲ, ਪੰਜਾਬ ਦੀ ਟਰਾਂਸਪੋਰਟੇਸ਼ਨ, ਜਿਹੜਾ ਮਾਫੀਏ ਨੇ ਪੰਜਾਬ ਨੂੰ ਖਾ ਰੱਖਿਆ, ਉਹਨਾਂ ਸਾਰੀਆਂ ਚੁਣੌਤੀਆਂ ਨੂੰ ਸਰ ਕਰਨਾ। ਤੇ ਦੂਜੇ ਪਾਸੇ ਪਾਰਟੀ ਦੀ ਅੰਦਰੂਨੀ ਜੰਗ ਆ ਜਿਹੜੀ ਕਿ ਹਾਲੇ ਸ਼ੁਰੂ ਹੋਣੀ ਆ, 6 ਮਹੀਨੇ ਸਾਲ ਨੂੰ ਸ਼ੁਰੂ ਹੋਣੀ ਆ, ਉਹਦੇ ਨਾਲ ਨਿਪਟਣਾ ਇਹ ਭਗਵੰਤ ਸਿੰਘ ਮਾਨ ਲਈ ਕਾਫੀ ਜਿੱਦਾਂ ਦਰਦਨਾਕ ਮੰਜ਼ਰ ਹੋਊਗਾ। ਜੇ ਉਹ ਪੰਜਾਬ ਨਾਲ ਜੁੜੇ ਹੋਏ, ਪੰਜਾਬ ਨਾਲ ਪੈਰ ਜ਼ਮੀਨ ਤੇ ਲਾ ਕੇ ਖੜੇ, ਤਾਂ ਸਾਨੂੰ ਲੱਗਦਾ ਵੀ ਪੰਜਾਬੀ ਉਹਨਾਂ ਦੀ ਹਮਾਇਤ ਕਰਨਗੇ। ਵਰਨਾ ਜੇ ਉਹ ਕਮਜ਼ੋਰ ਲੀਡਰ ਸਾਬਤ ਹੋਏ ਤਾਂ ਦਿੱਲੀ ਆ ਉਹਨਾਂ ਤੇ ਕਬਜ਼ਾ ਕਰ ਲੈਣਗੇ। ਜੀ ਬਿਲਕੁਲ। ਸੋ ਬਹੁਤ ਆਸਾਨ ਹੈ ਜੀ, ਪੰਜਾਬੀਆਂ ਨੂੰ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਵਾਕਈ ਪੰਜਾਬ ਬਦਲਦਾ ਜਾਂ ਫਿਰ ਰਵਾਇਤੀ ਪਾਰਟੀਆਂ ਜਿਹੜੀਆਂ ਹੁਣ ਤੱਕ ਰਾਜ ਕਰਦੀਆਂ ਉਹਨਾਂ ਵਾਂਗੂ ਲਾਰਿਆਂ ਦੇ ਵਿੱਚ ਹੀ ਸਮਾਂ ਜਿਹੜਾ ਕੱਢ ਦਿੱਤਾ ਜਾਂਦਾ। ਅੰਦਰੂਨੀ ਜੰਗ ਦੀ ਤੁਸੀਂ ਭਾਜੀ ਗੱਲ ਕੀਤੀ ਹੈ ਤੇ ਦੋ ਪਾਰਟੀਆਂ, ਰਵਾਇਤੀ ਪਾਰਟੀਆਂ, ਕਾਂਗਰਸ ਪੰਜਾਬ ਤੇ ਉਸ ਤੋਂ ਬਾਅਦ ਅਕਾਲੀ ਦਲ ਬਾਦਲ, ਜਿਨ੍ਹਾਂ ਦਾ ਆਪਾਂ ਟੋਟਲੀ ਕਹਿ ਸਕਦੇ ਹਾਂ ਵੀ ਆਲਮੋਸਟ ਜਿਹੜਾ ਹੈਗਾ ਉਹ ਸਫਾਇਆ ਹੋਇਆ ਪੰਜਾਬ ਦੇ ਵਿੱਚੋਂ। ਕਿਹਾ ਜਾਂਦਾ ਕਿ ਇਹਨਾਂ ਦੀਆਂ ਮਾਰੂ ਨੀਤੀਆਂ ਕਰਕੇ ਆਮ ਆਦਮੀ ਪਾਰਟੀ ਅੱਗੇ ਲੈ ਕੇ ਆਏ ਨੇ ਪੰਜਾਬ ਦੇ ਲੋਕ। ਸੋ ਕਿਵੇਂ ਦੇਖਦੇ ਹੋ ਭਵਿੱਖ? ਜੇ ਹੁਣ ਕਾਂਗਰਸ ਦੀ ਗੱਲ ਕਰੀਏ, ਅੰਦਰੂਨੀ ਜੰਗ ਚੋਣਾਂ ਤੋਂ ਬਾਅਦ ਵੀ ਜਿਹੜੀ ਹੈ ਉਹ ਠੱਲਣ ਦਾ ਨਾਮ ਨਹੀਂ ਲੈ ਰਹੀ। ਜਿੱਥੇ ਸੁਨੀਲ ਜਾਖੜ ਹੋਰੀ ਚੰਨੀ ਹੋਰਾਂ ਦੇ ਉੱਤੇ ਇਲਜ਼ਾਮ ਲਾਏ, ਸਿੱਧੂ ਹੋਰਾਂ ਨੇ ਵੀ ਚੰਨੀ ਹੋਰਾਂ ਦੇ ਉੱਤੇ ਇਲਜ਼ਾਮ ਲਾਏ, ਉਸ ਤੋਂ ਬਾਅਦ ਸਿੱਧੂ ਕੋਲੋਂ ਅਸਤੀਫਾ ਲੈ ਲਿਆ ਜਾਂਦਾ, ਸੋਨੀਆ ਗਾਂਧੀ ਦੇ ਕੋਲੋਂ। ਸੋ ਉਸ ਤੋਂ ਬਾਅਦ ਵੀ ਇਹ ਸਾਰਾ ਕੁਝ ਚੱਲੀ ਜਾਂਦਾ। ਦੂਸਰੇ ਪਾਸੇ ਅਕਾਲੀ ਦਲ ਬਾਦਲ ਦੀ ਗੱਲ ਕਰੀਏ, ਉਹਨਾਂ ਨੂੰ ਪੈਨਸ਼ਨਾਂ ਬੰਦ ਕਰ ਦਿੱਤੀਆਂ ਜੀ, ਅਸੀਂ ਪੈਨਸ਼ਨ ਨਹੀਂ ਲਵਾਂਗੇ ਅੱਜ ਤੋਂ, ਹੋਰ ਵੀ ਬਹੁਤ ਕੁਝ ਦਸਵੰਧ ਕੱਢਿਆ ਕਰਾਂਗਾ ਬਾਦਲ ਸਾਹਿਬ ਨੇ ਕਿਹਾ। ਸੋ ਕਿਵੇਂ ਦੇਖਦੇ ਹੋ ਇਹ ਪਾਰਟੀਆਂ ਦਾ ਭਵਿੱਖ ਹੁਣ ਹੈ ਪੰਜਾਬ ਦੇ ਵਿੱਚ, ਜਾਂ ਫਿਰ ਆਮ ਆਦਮੀ ਪਾਰਟੀ ਲੰਬੇ ਸਮੇਂ ਤੱਕ ਜਿਹੜਾ ਉਹ ਰਨ ਕਰੂਗੀ? ਦੇਖੋ ਜੀ, 50 ਸਾਲਾਂ ਦੌਰਾਨ ਜਿਹੜਾ ਇੱਕ ਬੁਲਬੁਲਾ ਚੱਲ ਰਿਹਾ ਸੀ ਉਹਨੇ ਫਟਣਾ ਤਾਂ ਹੈਗਾ ਹੀ ਸੀ। ਸੋ ਝੂਠ ਦੇ ਸਹਾਰੇ ਤੁਸੀਂ ਕਿੰਨੀ ਕੁ ਦੇਰ ਰਾਜਨੀਤੀ ਕਰ ਲੈਂਦੇ। ਸੋ ਅਕਾਲੀ ਦਲ ਨੇ ਧਰਮ ਦਾ ਸਹਾਰਾ ਲਿਆ ਆਪਣੀ ਘਟੀਆ ਰਾਜਨੀਤੀ ਦੇ। ਸੋ ਅਕਾਲੀ ਰਾਜਨੀਤੀ ਵਿੱਚ ਧਰਮ ਸਭ ਤੋਂ ਉੱਪਰ ਹੁੰਦਾ ਸੀ, ਧਰਮ ਦਾ ਕੁੰਡਾ ਹੁੰਦਾ ਸੀ ਰਾਜਨੀਤੀ ਤੇ ਧਰਮ ਦੇ ਅਧੀਨ ਰਾਜਨੀਤੀ ਚੱਲਦੀ ਸੀ। ਅਕਾਲੀਆਂ ਨੇ ਪਿਛਲੇ 50 ਸਾਲਾਂ ਦੌਰਾਨ ਹੌਲੀ ਕਰਦੇ ਨੇ ਅੱਜ ਇੱਥੇ ਪਹੁੰਚ ਗਏ ਵੀ ਉਹ ਧਰਮ ਦੇ ਉੱਪਰ ਰਾਜਨੀਤੀ ਕਰਨ ਲੱਗ ਗਏ। ਉਹ ਧਰਮ ਨੂੰ ਸਿਖਾਉਣ ਲੱਗੇ ਵੀ ਤੁਸੀਂ ਕਿੱਦਾਂ ਕੰਮ ਕਰਨਾ। ਉਹ ਅਕਾਲ ਤਖਤ ਦੇ ਜਥੇਦਾਰਾਂ ਨੂੰ ਆਪਣੇ ਘਰੇ ਬੁਲਾ ਕੇ ਹੁਕਮ ਦੇਣ ਲੱਗੇ ਵੀ ਫਲਾਣੇ ਨੂੰ ਮਾਫ ਕਰ ਦਿਓ ਤੇ ਫਲਾਣੇ ਨੂੰ ਪੰਥ ਚੋਂ ਕੱਢ ਦਿਓ, ਹਨਾ। ਸੋ ਕਿਹੜਾ ਹੁਕਮਨਾਮਾ ਦਰਬਾਰ ਸਾਹਿਬ ਤੋਂ ਲਿਆ ਜਾਏਗਾ ਸਵੇਰ ਨੂੰ, ਕਿਹੜੇ ਸ਼ਬਦ ਪੜ੍ਹੇ ਜਾਣਗੇ ਸ੍ਰੀ ਦਰਬਾਰ ਸਾਹਿਬ ਵਿੱਚ ਸਵੇਰ ਵੇਲੇ ਜਦੋਂ ਕੀਰਤਨ ਪ੍ਰਸਾਰਿਤ ਹੁੰਦਾ, ਇਹ ਅਕਾਲੀ ਦਲ ਬਾਦਲ ਦੇ ਚੰਡੀਗੜ੍ਹ ਬੈਠੀ ਟੀਮ ਤੈਅ ਕਰਦੀ। ਸੋ ਜਦੋਂ ਇੰਨਾ ਕੁਛ ਗਰਕ ਜਾਵੇ ਵੀ ਤੁਸੀਂ ਧਰਮ ਦੀਆਂ ਕਦਰਾਂ ਕੀਮਤਾਂ, ਕਿਹੜਾ ਹੁਕਮਨਾਮਾ ਲਿਆ ਜਾਣਾ ਤਾਂ ਕਿਹੜੇ ਸ਼ਬਦ ਪੜ੍ਹੇ ਜਾਣੇ ਆ, ਉਹ ਚੰਡੀਗੜ੍ਹੋਂ ਤੈਅ ਹੁੰਦਾ ਸੀ। ਸੋ ਉਸ ਹਾਲਾਤ ਵਿੱਚ ਅਕਾਲੀ ਦਲ ਦਾ ਇਹ ਬੁਰਾ ਹਾਲ ਹੋਣਾ ਹੀ ਹੋਣਾ ਸੀ। ਅਕਾਲੀ ਦਲ ਨੇ ਧਰਮ ਦੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਤਬਾਹ ਕਰਕੇ ਰੱਖ ਦਿੱਤਾ। ਇਸੇ ਤਰ੍ਹਾਂ ਕਾਂਗਰਸ ਨੇ ਰਾਜਨੀਤੀ ਦੀਆਂ ਜਿਹੜੀਆਂ ਕਦਰਾਂ ਕੀਮਤਾਂ ਹੁੰਦੀਆਂ ਉਹਨਾਂ ਨੂੰ ਤਬਾਹ ਕਰਕੇ ਰੱਖ ਦਿੱਤਾ। ਉਹਦੇ ਵਿੱਚ ਪਰਿਵਾਰਵਾਦ ਵੀ ਭਾਰੂ ਰਿਹਾ, ਉਹਦੇ ਵਿੱਚ ਭ੍ਰਿਸ਼ਟਾਚਾਰ ਵੀ ਭਾਰੂ ਰਿਹਾ, ਉਹਦੇ ਵਿੱਚ ਇੱਕ ਦੂਜੇ ਨੂੰ ਮੋਢਾ ਮਾਰਨ ਦੀ ਜਿਹੜੀ ਹੈਗੀ ਆ ਵੀ ਮੈਂ ਅੱਗੇ ਵੱਧ ਕੇ ਮੁੱਖ ਮੰਤਰੀ ਬਣ ਜਾਵਾਂ। ਸੋ ਇੰਨਾ ਕੁਛ ਜਿਹੜਾ ਭ੍ਰਿਸ਼ਟ ਹੋ ਗਿਆ ਉਸ ਸਿਸਟਮ ਦੇ ਵਿੱਚ, ਹਰ ਕੋਈ ਮੁੱਖ ਮੰਤਰੀ ਬਣਨ ਨੂੰ ਫਿਰਦਾ ਸੀ। ਤੇ
ਆਪਾਂ ਨੂੰ ਪਤਾ ਹੈਗਾ ਵੀ ਕਿਸ ਤਰ੍ਹਾਂ ਇੱਕ ਦੁਆਬੇ ਦਾ ਲੀਡਰ ਅੱਜ ਜਿਹੜਾ ਆਪ ਕਾਂਗਰਸ ਵੱਲੋਂ ਐਮਐਲਏ ਖੜਾ, ਆਪਣਾ ਮੁੰਡਾ ਉਹਨੇ ਕਾਂਗਰਸ ਦੇ ਉਮੀਦਵਾਰ ਦੇ ਖਿਲਾਫ ਬੰਦਾ ਖੜਾ ਕਰਿਆ ਨਾ, ਤੋਂ ਪੈਸੇ ਦੇ ਜ਼ੋਰ ਨਾਲ ਉਹਨਾਂ ਨੇ ਉਹ ਜਿਹੜੀ ਸੀਟ ਆ ਜਿੱਤੀ ਹੈ। ਤੋਂ ਪਾਰਟੀ ਦਾ ਕੋਈ ਡਿਸਪਲਿਨ ਨਹੀਂ ਰਿਹਾ, ਕਿਸੇ ਨੇ ਨਹੀਂ ਪੁੱਛਿਆ ਵੀ ਪਾਰਟੀ ਦੇ ਡਿਸਪਲਿਨ 'ਚ ਰਹਿਣਾ ਜਾਂ ਨਹੀਂ, ਸਿਰਫ ਆਪਣੀ ਜਿਹੜੀ ਹੰਕਾਰ ਹੈ, ਆਪਣੀ ਆਕੜ ਹੈ, ਜਿਹੜੀ ਆਪਣੀ ਨਫ਼ਰਤ ਹੈ ਉਹਨੂੰ ਫੈਲਾਇਆ। ਸੋ ਨੈਤਿਕ ਕਦਰਾਂ ਕੀਮਤਾਂ ਨੇ ਕਾਂਗਰਸ ਨੂੰ ਲੈ ਲਿਆ, ਧਰਮ ਦੀਆਂ ਕਦਰਾਂ ਕੀਮਤਾਂ ਨੇ ਅਕਾਲੀ ਦਲ ਨੂੰ ਲਿਆ, ਤੇ ਜਿਹੜੀਆਂ ਰਾਜਨੀਤੀ ਦੀਆਂ ਨੈਤਿਕ ਕਦਰਾਂ ਕੀਮਤਾਂ ਉਹਨੇ ਕਾਂਗਰਸ ਨੂੰ ਲਿਆ। ਹੁਣ ਜੇ ਇਹ ਲੋਕ ਸਮਝਣਗੇ, ਹਾਲਾਂਕਿ ਸਮਝਣ ਵਾਲੇ ਨਹੀਂ ਨੇ ਹਨਾ, ਸੋ ਹਾਲੇ ਉਹਨਾਂ ਦਾ ਜਿਹੜਾ ਹੈਗਾ ਇਹ ਲੜਾਈ ਝਗੜਾ ਇਸ ਤਰ੍ਹਾਂ ਹੀ ਚੱਲੇਗਾ, ਬਸ਼ਰਤੇ ਕਿ ਇਹ ਨਾ ਹੋਵੇ ਵੀ ਆਮ ਆਦਮੀ ਪਾਰਟੀ ਇਹਨਾਂ ਨਾਲੋਂ ਵੀ ਬੁਰੀ ਸਾਬਤ ਹੋਵੇ। ਸੋ ਜੇ ਆਮ ਆਦਮੀ ਪਾਰਟੀ, ਹਾਲਾਂਕਿ ਹੁਣ ਜਿਹੜੀਆਂ ਚੋਣਾਂ ਹੋਣੀਆਂ ਨੇ 2024 ਵਿੱਚ, 2 ਸਾਲ ਪਏ ਨੇ ਲੋਕ ਸਭਾ ਦੀਆਂ ਚੋਣਾਂ ਨੂੰ, ਤੋਂ 2 ਸਾਲਾਂ ਦੌਰਾਨ ਪਤਾ ਲੱਗੇਗਾ ਵੀ ਲੋਕਾਂ ਦਾ ਕੀ ਰੁਖ ਹੈਗਾ। ਜੇ ਆਮ ਆਦਮੀ ਪਾਰਟੀ ਉਹਨਾਂ ਨਾਲੋਂ ਵੀ ਨਖਿੱਧ ਸਾਬਤ ਹੁੰਦੀ ਆ ਤਾਂ ਲੋਕਾਂ ਕੋਲ ਕੋਈ ਬਦਲ ਨਹੀਂ ਵੀ ਉਹ ਦੁਬਾਰਾ ਅਕਾਲੀ ਦਲ ਤੇ ਕਾਂਗਰਸ ਵੱਲ ਜਾਣ। ਵਰਨਾ ਅਕਾਲੀ ਦਲ ਤੇ ਕਾਂਗਰਸ ਨੇ ਜਿੰਨਾ ਕੁ ਆਪਣੀਆਂ ਨੈਤਿਕ ਕਦਰਾਂ ਕੀਮਤਾਂ ਖਤਮ ਕਰ ਲਈਆਂ ਨੇ, ਉਹਦੇ ਚੋਂ ਹਾਲ ਦੀ ਘੜੀ ਉਹਨਾਂ ਦਾ ਭਵਿੱਖ ਕੋਈ ਨਜ਼ਰ ਨਹੀਂ ਆਉਂਦਾ। ਹਾਂ, ਹੁਣ ਦੀ ਸਥਿਤੀ ਵਿੱਚ ਇਹ ਹੋ ਸਕਦਾ ਜਦੋਂ ਇਹ ਸਾਰਾ ਕੁਝ ਤਬਾਹ ਹੋ ਚੁੱਕਿਆ ਤਾਂ ਹੁਣ ਪੰਜਾਬ ਪੱਖੀ ਲੋਕ, ਜਿਹੜੇ ਪੰਜਾਬ ਨੂੰ ਪਿਆਰ ਕਰਨ ਵਾਲੇ ਆ, ਜਿਹੜੇ ਪੰਜਾਬ ਦੀਆਂ ਮੰਗਾਂ ਲਈ, ਸਿੱਖਾਂ ਦੀਆਂ ਮੰਗਾਂ ਲਈ, ਕਿਸਾਨਾਂ ਦੀਆਂ ਮੰਗਾਂ ਲਈ, ਜਾਂ ਉਹਨਾਂ ਸਾਰੇ ਸਿਸਟਮ ਨੂੰ ਇੱਕ ਉਸਾਰੂ ਯਤਨ ਵਜੋਂ ਉਸਾਰਨ ਲਈ ਇੱਕ ਚੰਗਾ ਸੋਚਦੇ ਆ। ਡਾਕਟਰ ਧਰਮਵੀਰ ਗਾਂਧੀ ਵਰਗੇ, ਉਹਦੇ ਚ ਨਵਜੋਤ ਸਿੰਘ ਸਿੱਧੂ ਵੀ ਸ਼ਾਮਲ ਹੋ ਸਕਦੇ ਆ, ਸਿਮਰਨਜੀਤ ਸਿੰਘ ਬੈਂਸ ਉਹਨੀ ਸ਼ਾਮਲ ਹੋ ਸਕਦੇ ਆ। ਸੋ ਜਿਹੜੀਆਂ ਚੰਗੀਆਂ ਧਿਰਾਂ ਨੇ, ਜੇ ਹੁਣ ਉਹ ਇੱਕ ਪੰਜਾਬ ਪੱਖੀ ਪਾਰਟੀ ਬਣਾਉਣ ਤਾਂ ਸਾਨੂੰ ਲੱਗਦਾ ਵੀ ਉਹ ਭਵਿੱਖ ਵਿੱਚ ਆ ਕੇ ਉਹ ਕਰ ਸਕਦੀ ਹੈ। ਇਹਦੇ ਤੇ ਹੋਊਗਾ ਵੀ ਜੇ ਆਮ ਆਦਮੀ ਪਾਰਟੀ ਪੰਜਾਬ ਲਈ ਲੜਦੀ ਆ ਤਾਂ ਪੰਜਾਬ ਦੇ ਲੋਕ ਉਹਦੀ ਹਮਾਇਤ ਕਰਨਗੇ। ਜੇ ਆਮ ਆਦਮੀ ਪਾਰਟੀ ਦਿੱਲੀ ਤੋਂ ਹਦਾਇਤਾਂ ਲੈ ਕੇ ਪੰਜਾਬ ਵਿਰੁੱਧ ਜਾਂਦੀ ਹੈ ਤਾਂ ਫਿਰ ਪੰਜਾਬ ਪੱਖੀ ਪਾਰਟੀ ਲੋੜ ਪਊਗੀ। ਜੀ ਬਿਲਕੁਲ ਬਿਲਕੁਲ, ਵਾਕਈ ਦੇਖਦੇ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਕੀ ਕਹਿੰਦਾ, ਕਿਉਂਕਿ ਇਸ ਤਰ੍ਹਾਂ ਦੇ ਅਨੁਮਾਨ ਵੀ ਕਿਸੇ ਨੇ ਨਹੀਂ ਸੀ ਲਾਏ ਕਿ ਐਡੀ ਵੱਡੀ ਲੀਡ ਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਉਹ ਸੱਤਾ ਦੇ ਵਿੱਚ ਆ ਜਾਏਗੀ। ਸੋ ਇਸ ਵਾਰ ਜਿਹੜਾ ਹੋਇਆ ਇੱਕ ਤਰ੍ਹਾਂ ਦਾ ਆਪਾਂ ਕਹਿ ਲਈਏ ਅਚੰਭਾ ਹੋਇਆ, ਜੋ ਲੋਕ ਜਿਹੜੇ ਨੇ ਉਹ ਦੇਖ ਰਹੇ ਨੇ, ਕਿਉਂਕਿ ਵੱਡੇ ਵੱਡੇ ਜਿਹੜੇ ਚਿਹਰੇ ਨੇ, ਥੰਮ ਨੇ, ਉਹ ਡਿੱਗੇ ਆ ਇਸ ਵਾਰ। ਸੋ ਦੇਖਦੇ ਆਉਣ ਵਾਲਾ ਸਮਾਂ ਕੀ ਕਹਿੰਦਾ। ਲੋਕ ਸਭਾ ਚੋਣਾਂ, ਫਿਰ ਉਸ ਤੋਂ ਬਾਅਦ ਦੁਬਾਰਾ 5 ਸਾਲਾਂ ਬਾਅਦ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ। ਅਗਲੀ ਜੇ ਗੱਲ ਕਰਾਂ, ਤੁਸੀਂ ਅਕਾਲੀ ਦਲ ਦੀ ਗੱਲ ਕੀਤੀ ਹੈ ਕਿ ਧਾਰਮਿਕ ਜਿਹੜੀ ਹੈ ਨੈਤਿਕਤਾ ਉਹਨਾਂ ਵੱਲੋਂ ਉਹਦਾ ਖਿਆਲ ਨਹੀਂ ਰੱਖਿਆ ਗਿਆ, ਧਰਮ ਦੀਆਂ ਜਿਹੜੀਆਂ ਰਹੁ ਰੀਤਾਂ ਹੈਗੀਆਂ ਉਹਦਾ ਖਿਆਲ ਨਹੀਂ ਰੱਖਿਆ ਗਿਆ। ਅਕਾਲ ਤਖਤ ਦੀ ਤੁਸੀਂ ਗੱਲ ਕੀਤੀ ਹੈ। ਸੋ ਜਥੇਦਾਰ ਸਾਹਿਬ ਦਾ ਬਿਆਨ ਵੀ ਆਇਆ ਜੀ ਪਿੱਛੇ ਜੇ, ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦਾ ਖਤਮ ਹੋਣਾ ਦੇਸ਼ ਲਈ ਜਿਹੜਾ ਭਿਅੰਕਰ ਹੈ, ਇਹ ਸਿੱਖਾਂ ਲਈ ਨਹੀਂ, ਉਹ ਕਹਿੰਦੇ ਵੀ ਪੂਰੇ ਦੇਸ਼ ਲਈ ਉਹ ਭਿਅੰਕਰ ਹੈ। ਅਗਲੀ ਜਿਹੜੀ ਗੱਲ ਕਹੀਏ ਕਿ ਅੱਜ ਦਾ ਸਿੱਖ ਬਦਤਮੀਜ਼ ਹੋ ਗਿਆ। ਸੋ ਐਡਾ ਵੱਡਾ ਬਿਆਨ ਜਿਹੜਾ ਹੈਗਾ ਅਕਾਲੀ ਦਲ ਦੀ ਹਾਰ ਦੇ ਉੱਤੇ ਉਹਨਾਂ ਨੇ ਦਿੱਤਾ। ਸੋ ਇਹਨੂੰ ਕਿਵੇਂ ਦੇਖਦੇ ਹੋ? ਰੋਸ ਪਾਇਆ ਜਾ ਰਿਹਾ ਵਿਦੇਸ਼ੀ ਸਿੱਖਾਂ ਦੇ ਵਿੱਚ, ਉੱਥੇ ਵਸਦੇ ਸਿੱਖਾਂ ਦੇ ਵਿੱਚ। ਸੋ ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ? ਹਾਂਜੀ, ਅਸੀਂ ਨਿਮਰਤਾ ਸਹਿਤ ਇਹ ਕਹਿ ਸਕਦੇ ਹਾਂ, ਸਾਡੇ ਜਥੇਦਾਰ ਸਾਹਿਬ ਨੇ ਵੀ ਜੋ ਕੁਝ ਉਹਨਾਂ ਨੇ ਕਿਹਾ ਉਹ ਗਲਤ ਕਿਹਾ। ਸੋ ਬਿਲਕੁਲ ਠੀਕ ਨਹੀਂ ਹੈ। ਜਿਹੜਾ ਭੋਗ ਪਿਆ ਉਹ ਅਕਾਲੀ ਦਲ ਦਾ ਨਹੀਂ ਪਿਆ, ਭੋਗ ਬਾਦਲ ਪਰਿਵਾਰ ਦਾ ਪਿਆ ਜਾਂ ਭ੍ਰਿਸ਼ਟ ਲੀਡਰਸ਼ਿਪ ਦਾ ਪਿਆ ਹੈ ਹਨਾ। ਸੋ ਇਹ ਇੱਕ ਚੰਗਾ ਹੀ ਸ਼ਗਨ ਹੋਇਆ ਹੈ ਉਹ ਪੰਜਾਬ ਵਿੱਚੋਂ। ਨਹੀਂ, ਧਰਮ ਦੇ ਨਾਂ ਤੇ ਜਿਸ ਕਿਸਮ ਦਾ ਉਹਨਾਂ ਨੇ ਫੈਲਾ ਰੱਖਿਆ ਸੀ ਭ੍ਰਿਸ਼ਟਾਚਾਰ, ਜੇ ਉਹ ਵੱਧਦਾ ਫੁੱਲਦਾ ਰਹਿੰਦਾ ਤਾਂ ਉਹਦੇ ਨਾਲ ਸਿੱਖ ਕੌਮ ਦਾ ਹੋਰ ਵੱਡਾ ਨੁਕਸਾਨ ਹੋ ਸਕਦਾ ਸੀ। ਸੋ ਪੰਜਾਬ ਦੇ ਲੋਕਾਂ ਨੇ ਇੱਕ ਸਿਆਣਪ ਕਰਕੇ ਸਿੱਖ ਕੌਮ ਦਾ ਹੋਰ ਨੁਕਸਾਨ ਇਹ ਹੁੰਦਾ ਵੀ ਕੌਮ ਦੀ ਮੌਤ ਹੋ ਜਾਣ ਤੱਕ ਦੇ ਜਿਹੜੇ ਅਸਾਸੇ ਪੈਦਾ ਹੋ ਜਾਂਦੇ ਆ। ਸੋ ਪੰਜਾਬ ਦੇ ਲੋਕਾਂ ਨੇ ਕੌਮ ਦੀ ਮੌਤ ਹੋਣ ਤੋਂ ਬਚਾ ਲਈ ਹੈ। ਠੀਕ ਹੈ, ਨੁਕਸਾਨ ਵੱਡੇ ਹੋ ਜਾਂਦੇ ਆ, ਪਰ ਕੋਈ ਵੀ ਨੁਕਸਾਨ ਕਿਸੇ ਕੌਮ ਦੀ ਮੌਤ ਨਾਲੋਂ ਵੱਡਾ ਨਹੀਂ ਹੁੰਦਾ। ਤਾਂ ਸਾਨੂੰ ਲੱਗਦਾ ਵੀ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਦੇ ਖਿਲਾਫ ਜੋ ਫਤਵਾ ਦਿੱਤਾ ਉਹ ਕੌਮ ਨੂੰ ਬਚਾਉਣ ਲਈ ਦਿੱਤਾ, ਤਾਂ ਕਿ ਕੌਮ ਕਿਤੇ ਨਾ ਕਿਤੇ ਬਚੀ ਰਹੇ। ਤੋ ਜਿਹੜੇ ਲੋਕ ਇਹ ਕੌਮ ਦੇ ਉੱਤੇ ਲੰਬੜਦਾਰ ਬਣ ਕੇ ਬੈਠ ਗਏ ਸੀ, ਇਹਨਾਂ ਦੀ ਸੱਫ ਵਲੇਟਣੀ ਬਹੁਤ ਜ਼ਰੂਰੀ ਹੋ ਗਈ ਸੀ। ਤੋ ਹੁਣ ਜਥੇਦਾਰ ਸਾਹਿਬ ਨੂੰ ਚਾਹੀਦਾ ਵੀ ਉਹ ਬਾਦਲ ਪਰਿਵਾਰ ਨੂੰ ਲਾਂਭੇ ਕਰਕੇ ਅਕਾਲੀ ਦਲ ਦੀ ਪੁਲਿਸ ਸੰਜੀਤੀ ਕਰਨ। ਉਹਦੇ ਵਿੱਚ ਨਵੇਂ ਸਿੱਖ ਨੌਜਵਾਨ ਜਿਹੜੇ ਯੰਗ ਨੇ 30-35 ਸਾਲ ਦੇ, ਜਿਨ੍ਹਾਂ ਵਿੱਚ ਜਜ਼ਬਾ ਹੈ, ਜਿਸ ਤਰ੍ਹਾਂ ਦੀਪ ਸਿੱਧੂ ਨੇ ਜਿੰਨੀ ਨੌਜਵਾਨੀ ਨੂੰ ਆਪਣੇ ਨਾਲ ਲਾ ਲਿਆ ਸੀ, ਸੋ ਉਸ ਕਿਸਮ ਦੇ ਜਜ਼ਬੇ ਵਾਲੇ ਨੌਜਵਾਨਾਂ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਕੇ ਅਕਾਲੀ ਦਲ ਦੀ ਬਾਹ ਬਣਾ ਕੇ, ਅਕਾਲੀ ਦਲ ਦੀ ਲੀਡਰ ਬਣਾ ਕੇ ਜੇ ਜਥੇਦਾਰ ਸਾਹਿਬ ਪਹਿਲ ਕਦਮੀ ਕਰਨ ਤਾਂ ਸਾਨੂੰ ਲੱਗਦਾ ਵੀ ਅਗਲੀਆਂ ਚੋਣਾਂ ਵਿੱਚ 92 ਸੀਟਾਂ ਅਕਾਲੀ ਦਲ ਦੀਆਂ ਆ ਸਕਦੀਆਂ ਹਨਾ। ਇਹਦੇ ਵਿੱਚ ਕੋਈ ਵੀ ਸ਼ੱਕ ਨਹੀਂ। ਪੂਰਾ ਪੰਜਾਬ, ਪੂਰਾ ਪੰਥ, ਖਾਲਸਾ ਪੰਥ ਅਕਾਲੀ ਦਲ ਵੱਲ ਦੇਖਦਾ ਰਿਹਾ 50 ਸਾਲਾਂ ਤੋਂ, ਪਰ ਅਕਾਲੀ ਦਲ ਨੇ ਲਗਾਤਾਰ ਸਿੱਖਾਂ ਨੂੰ ਪਿੱਠ ਦਿੱਤੀ ਤੇ ਪੰਜਾਬ ਨੂੰ ਪਿੱਠ ਦਿੱਤੀ ਆ ਅਕਾਲੀ ਦਲ ਦੀ ਲੀਡਰਸ਼ਿਪ ਨੇ। ਸੋ ਅਕਾਲੀ ਦਲ ਨਹੀਂ ਮਰਿਆ ਇਸ ਵੇਲੇ, ਸਿਰਫ ਇੱਕ ਪਰਿਵਾਰ ਮਰਿਆ। ਉਸ ਪਰਿਵਾਰ ਨੇ ਜੋ ਇੱਕ ਪ੍ਰਾਈਵੇਟ ਕੰਪਨੀ ਖੜੀ ਕਰੀ ਸੀ ਉਹ ਖਤਮ ਹੋਈ ਆ। ਸੋ ਹੁਣ ਅਕਾਲੀ ਦਲ ਨੂੰ ਪ੍ਰਾਈਵੇਟ ਕੰਪਨੀ ਦੇ ਚੁੰਗਲ ਵਿੱਚੋਂ ਬਚਾ ਕੇ
ਜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਣ ਤੇ ਅਕਾਲੀ ਦਲ ਨੂੰ ਮੁੜ ਸਰਜੀਤ ਕਰਨ ਖਾਲਸਾ ਪੰਥ ਦੀਆਂ ਰਹੁ ਰੀਤਾਂ ਅਨੁਸਾਰ, ਤਾਂ ਅਕਾਲੀ ਦਲ ਮੁੜ ਤੋਂ ਪੁਨਰ ਸਰਜੀਤ ਹੋ ਸਕਦਾ। ਔਰ ਕਿਸੇ ਪਾਰਟੀ ਦੀ ਜ਼ਰੂਰਤ ਨਹੀਂ ਵੀ ਪੰਜਾਬ ਵਿੱਚ ਪੈਰ ਲਗਾ ਸਕੇ, ਜੇ ਅਕਾਲੀ ਦਲ ਸੱਚੇ ਸੁੱਚੇ ਸਿੱਖਾਂ ਦੀ ਪਾਰਟੀ ਬਣ ਕੇ ਸਾਹਮਣੇ ਆਵੇ। ਜੀ ਬਿਲਕੁਲ ਬਿਲਕੁਲ, ਵਾਕਈ 50 ਸਾਲ ਦੀ ਤੁਸੀਂ ਗੱਲ ਕਰਦੇ ਹੋ। ਤੇ ਜੇ ਆਪਾਂ ਉਸ ਵੇਲੇ ਤੋਂ ਲੈ ਕੇ ਪੰਜਾਬੀ ਸੂਬੇ ਵੇਲੇ ਤੋਂ ਲੈ ਕੇ ਉਸ ਤੋਂ ਬਾਅਦ 84 ਦੀ ਗੱਲ ਕਰੀਏ, ਜਦੋਂ ਹੱਥ ਤਾਂ ਨੂੰ ਕਰਕੇ ਬਾਹਰ ਆ ਜਾਣਾ, ਜਾਂ ਉਸ ਤੋਂ ਬਾਅਦ ਦਾ ਜਿਹੜਾ ਜੋ ਵੀ ਪੰਜਾਬ 'ਚ ਵਰਤਾਰਾ ਹੋਇਆ ਉਹਦੇ ਵਿੱਚ ਜੋ ਵੀ ਮਿਲੀ ਭੁਗਤ ਰਹੀ ਹੈ, ਅੱਜ ਦੀ ਗੱਲ ਕਰੀਏ ਨਕੋਦਰ ਸਾਕੇ ਦੀ ਗੱਲ ਕਰਦੇ ਹਾਂ, ਸਰਸੇ ਵਾਲੇ ਸਾਹਿਬ ਦੇ ਜਿਹੜਾ ਕਾਂਡ ਹੋਇਆ ਉਹਦੀ ਗੱਲ ਕਰ ਲਈਏ, 2015 ਦੀ ਗੱਲ ਕਰ ਲਈਏ। ਸੋ ਬਹੁਤ ਸਾਰੀਆਂ ਐਸੀਆਂ ਅਣਗਿਣਤ ਨੇ ਜਿਹੜੀਆਂ ਸ਼ਾਇਦ ਸਾਨੂੰ ਯਾਦ ਵੀ ਨਾ ਹੋਣਗੀਆਂ। ਸੋ ਇਹ ਸਾਰਾ ਕੁਝ ਅੱਜ ਹੋਣ ਤੋਂ ਬਾਅਦ ਹੀ ਇਸ ਪਰਿਵਾਰਵਾਦ ਦਾ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਸਫਾਇਆ ਹੋਇਆ। ਸੋ ਬਿਲਕੁਲ ਜੀ, ਜਥੇਦਾਰ ਸਾਹਿਬ ਨੂੰ ਜਿੱਥੇ ਇਹ ਗੱਲ ਉਹਨਾਂ ਨੂੰ ਲੱਗਦਾ ਕਿ ਇਹ ਸਹੀ ਨਹੀਂ ਹੋਇਆ, ਤੇ ਉਹਨਾਂ ਨੂੰ ਚਾਹੀਦਾ ਕਿ ਅਕਾਲੀ ਦਲ ਨੂੰ ਦੁਬਾਰਾ ਸੁਰਜੀਤ ਕਰਨ, ਜਿਵੇਂ ਭਾਜੀ ਅਵਤਾਰ ਸਿੰਘ ਹੋਰਾਂ ਨੇ ਜਿਹੜਾ ਇਹ ਗੱਲ ਦੱਸੀ ਹੈ। ਸੋ ਵਾਕਈ ਸਾਡਾ ਮੈਸੇਜ ਜੇਕਰ ਪਹੁੰਚੇ ਤੇ ਇਹਦੇ ਉੱਤੇ ਗੌਰ ਜ਼ਰੂਰ ਕਰਨ ਜਥੇਦਾਰ ਸਾਹਿਬ। ਭਾਜੀ ਆਪਾਂ ਹੁਣ ਚੱਲੀਏ ਪੰਜਾਬ ਤੇ ਭਾਰਤ ਤੋਂ ਬਾਹਰ, ਇੰਟਰਨੈਸ਼ਨਲ ਪੱਧਰ ਦੇ ਉੱਤੇ ਜੰਗ ਲੱਗੀ ਹੋਈ ਹੈ ਯੂਕਰੇਨ ਤੇ ਰਸ਼ੀਆ ਦੀ। ਸੋ ਕਿੱਥੇ ਅੱਜ ਇਹ ਪਹੁੰਚੀ ਜੰਗ, ਤੇ ਅਸਾਰ ਹੈ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਸਮਝੌਤਾ ਹੋ ਸਕਦਾ ਹੈ, ਜੰਗ ਰੁਕ ਸਕਦੀ ਹੈ? ਕਿਉਂਕਿ ਇੱਕ ਰਿਪੋਰਟ ਮੈਂ ਪੜ੍ਹ ਰਿਹਾ ਸੀਗਾ, ਕਹਿੰਦਾ 20,000 ਤੋਂ ਉੱਤੇ ਲੋਕ ਜਿਹੜੇ ਨੇ ਉਹ ਮਾਰੇ ਜਾ ਚੁੱਕੇ ਆ। ਆਮ ਲੋਕਾਂ ਦਾ ਨੁਕਸਾਨ ਹੋ ਰਿਹਾ, ਫੌਜੀ ਮਰ ਰਹੇ ਨੇ, ਫਾਈਨੈਂਸ਼ੀਅਲੀ ਵੀ ਆਪਾਂ ਕਹਿ ਲਈਏ ਵੀ ਨੁਕਸਾਨ ਜਿਹੜਾ ਹੈਗਾ ਹੋ ਰਿਹਾ ਦੋਨਾਂ ਹੀ ਮੁਲਕਾਂ ਦਾ। ਸੋ ਉੱਥੇ ਵਿਸ਼ਵ ਜੰਗ ਜਿਹੜੀ ਹੈ ਤੀਸਰੀ, ਉਹਦੇ ਵੀ ਅਸਾਰ ਬਣਦੇ ਹੋਏ ਨਜ਼ਰ ਆ ਰਹੇ ਨੇ। ਕਿਵੇਂ ਦੇਖਦੇ ਹੋ? ਹਾਂਜੀ ਹਾਂਜੀ, ਬਹੁਤ ਦੁਖਦਾਈ ਕਿਸਮ ਦੀ ਜੰਗ ਆ ਜਿਹੜੀ ਚੱਲ ਰਹੀ ਹੈ। ਜਿਹੜਾ ਰੂਸ ਹੈ ਲਗਾਤਾਰ ਹਮਲੇ ਕਰ ਰਿਹਾ, ਖਾਸ ਕਰਕੇ ਲੋਕਾਂ ਦੇ ਰਹਿਣ ਵਾਲੀਆਂ ਥਾਵਾਂ ਤੇ ਜਿਹੜੀਆਂ ਵੱਡੀਆਂ ਇਮਾਰਤਾਂ ਨੇ ਜਿੱਥੇ ਲੋਕ ਰਹਿੰਦੇ ਆ ਉਹਨਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਦੀਆਂ ਮਿਜ਼ਾਈਲਾਂ ਵੱਲੋਂ ਲਗਭਗ ਦੇਸ਼ ਦਾ ਇੱਕ ਹਿੱਸਾ ਤਬਾਹ ਕਰ ਦਿੱਤਾ ਗਿਆ। ਜਿਨ੍ਹਾਂ ਸ਼ਹਿਰਾਂ ਤੱਕ ਹੁਣ ਤੱਕ ਉਹਨਾਂ ਦੀਆਂ ਮਿਜ਼ਾਈਲਾਂ ਪਹੁੰਚੀਆਂ ਨੇ ਉੱਥੇ ਤਬਾਹੀ ਦਾ ਮੰਜ਼ਰ ਹੈ, ਹਜ਼ਾਰਾਂ ਲੋਕ ਮਾਰੇ ਗਏ ਨੇ। ਤੇ ਉਹਦੇ ਵਿੱਚੋਂ ਸਿਰਫ ਯੂਕਰੇਨ ਦੇ ਹੀ ਨਹੀਂ, ਅੱਜ ਯੂਕਰੇਨ ਦੀ ਸਰਕਾਰ ਨੇ ਜੋ ਡਾਟਾ ਜਾਰੀ ਕਰਿਆ ਉਹਦੇ 'ਚ ਦੱਸਿਆ ਵੀ 14,700 ਰੂਸ ਦਾ ਫੌਜੀ ਮਾਰਿਆ ਜਾ ਚੁੱਕਾ ਹੈ ਨਾ। ਸੋ ਇਹ ਦੇਖੋ ਵੀ ਇੱਕ ਇਕੱਲੀ ਗਿਣਤੀ ਉਹ ਵੀ ਕਿਸੇ ਮਾਵਾਂ ਦੇ ਪੁੱਤ ਨੇ ਜਿਹੜੇ ਰੂਸ ਤੋਂ ਆਏ ਨੇ ਲੜਨ ਲਈ, ਹਨਾ। ਉਹ ਤੋਂ ਬਿਨਾਂ ਜਿਹੜੀ ਐਗਜ਼ੈਕਟ ਗਿਣਤੀ ਹਾਲੇ ਯੂਕਰੇਨ ਦੀ ਆ ਉਹ ਸਾਹਮਣੇ ਨਹੀਂ ਆ ਰਹੀ, ਕਿਉਂਕਿ ਬਹੁਤ ਸਾਰੀਆਂ ਇਮਾਰਤਾਂ ਵਿੱਚੋਂ ਲਾਸ਼ਾਂ ਨਹੀਂ ਕੱਢੀਆਂ ਗਈਆਂ। ਐਗਜ਼ੈਕਟ ਗਿਣਤੀ ਹਾਲੇ ਕੁਝ ਨਹੀਂ ਪਤਾ ਲੱਗੀ, ਪਰ ਬਹੁਤ ਵੱਡੀ ਤਬਾਹੀ ਹੈ। ਸ਼ਹਿਰਾਂ ਦੇ ਸ਼ਹਿਰ ਤਬਾਹ ਕਰ ਦਿੱਤੇ ਗਏ ਨੇ, ਵੱਡੇ ਕਾਰਖਾਨੇ, ਥੀਏਟਰ, ਸਕੂਲ, ਹਸਪਤਾਲ, ਸਾਰਾ ਕੁਝ ਹੈ ਜਿਹੜਾ ਤਬਾਹ ਕਰ ਦਿੱਤਾ ਗਿਆ। ਹਾਲੇ ਰੂਸ ਗੱਲਬਾਤ ਦੇ ਕਿਸੇ ਮੂਡ ਵਿੱਚ ਨਹੀਂ ਹੈ। ਕਈ ਪਾਸਿਓਂ ਦਬਾਅ ਪੈ ਰਿਹਾ, ਜਿੱਦਾਂ ਤੁਰਕੀ ਵੱਲੋਂ ਯਤਨ ਕੀਤਾ ਜਾ ਰਿਹਾ, ਇਜ਼ਰਾਈਲ ਵੱਲੋਂ ਯਤਨ ਕੀਤਾ ਜਾ ਰਿਹਾ, ਪਰ ਹਾਲ ਦੀ ਘੜੀ ਰੂਸ ਨੂੰ ਲੱਗਦਾ ਵੀ ਉਹ ਜਦੋਂ ਤੱਕ ਆਪਣੀ ਤਾਕਤ ਨਹੀਂ ਦਿਖਾਵੇਗਾ, ਉਹ ਆਪਣੀ ਤਾਕਤ ਦਿਖਾਉਣ ਦੇ ਚੱਕਰ 'ਚ ਹੈ, ਤਾਂ ਕਿ ਜਦੋਂ ਨੈਗੋਸ਼ੀਏਸ਼ਨ ਦੇ ਟੇਬਲ ਤੇ, ਗੱਲਬਾਤ ਦੇ ਟੇਬਲ ਤੇ ਬੈਠੀਏ ਤਾਂ ਉਹਦੀਆਂ ਮੰਗਾਂ ਮੰਨੀਆਂ ਜਾਣ। ਉਹ ਲਗਾਤਾਰ ਤਬਾਹੀ ਵੱਲ ਵੱਧ ਰਿਹਾ ਹੈ। ਸੰਸਾਰ ਦੀ ਲੀਡਰਸ਼ਿਪ ਯਤਨ ਕਰ ਰਹੀ ਹੈ ਵੀ ਕਿਸੇ ਨਾ ਕਿਸੇ ਤਰ੍ਹਾਂ ਇਸ ਨੂੰ ਰੋਕਿਆ ਜਾਵੇ, ਪਰ ਹਾਲ ਦੀ ਘੜੀ ਰੂਸ ਆਪਾਂ ਕਹਿ ਸਕਦੇ ਹਾਂ ਹਮਲਾਵਰ ਰੁਖ ਵਿੱਚ ਹੈ। ਉਹ ਕੱਲਾ ਯੂਕਰੇਨ ਨੂੰ ਹੀ ਤਬਾਹ ਨਹੀਂ ਕਰ ਰਿਹਾ, ਉਹ ਅਮਰੀਕਾ, ਕੈਨੇਡਾ, ਯੂਰਪ ਤੇ ਇੰਗਲੈਂਡ ਨੂੰ ਸੰਦੇਸ਼ ਦੇ ਰਿਹਾ ਵੀ ਜੇ ਤੁਸੀਂ ਦਖਲਅੰਦਾਜ਼ੀ ਕਰੀ ਤਾਂ ਤੁਹਾਡੇ ਖਿਲਾਫ ਵੀ ਇਸ ਤਰ੍ਹਾਂ ਦੀ ਕਾਰਵਾਈ ਕਰ ਸਕਦੇ ਆ। ਸੋ ਲੜਾਈ ਦੇ ਨਾਲ ਨਾਲ ਉਹ ਯੂਰਪ ਨੂੰ ਤੇ ਅਮਰੀਕਾ ਨੂੰ ਇੱਕ ਸੰਦੇਸ਼ ਵੀ ਦੇ ਰਿਹਾ ਵੀ ਅਸੀਂ ਤੁਹਾਡੇ ਬਾਰੇ ਕੀ ਸੋਚਦੇ ਹਾਂ ਤੇ ਤੁਹਾਡੇ ਨਾਲ ਕਿੱਥੋਂ ਤੱਕ ਜਾ ਕੇ ਲੜ ਸਕਦੇ ਹਾਂ। ਉਹ ਇੱਕ ਤਬਾਹੀ ਹੈ। ਇਸੇ ਕਰਕੇ ਅਮਰੀਕਾ ਤੇ ਯੂਰਪ ਨੇ ਕੋਈ ਬਹੁਤ ਵੱਡੀ ਦਖਲਅੰਦਾਜ਼ੀ ਨਹੀਂ ਕੀਤੀ, ਨਹੀਂ ਤਾਂ ਸੰਸਾਰ ਜੰਗ ਲੜ ਸਕਦੀ ਸੀ। ਉਹ ਬੜੇ ਸੁਚੇਤ ਹੋ ਕੇ ਔਰ ਸਿਆਣੇ ਢੰਗ ਨਾਲ ਚੱਲ ਰਹੇ ਨੇ ਤਾਂ ਕਿ ਇਸ ਘਟਨਾਕ੍ਰਮ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ। ਪਰ ਹਾਲ ਦੀ ਘੜੀ ਕਿਸੇ ਗੱਲਬਾਤ ਦਾ ਨਤੀਜਾ ਜਾਂ ਕਿਸੇ ਗੱਲਬਾਤ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ। ਸਾਨੂੰ ਲੱਗਦਾ ਸੀਗਾ ਵੀ ਇਸ ਹਫ਼ਤੇ ਤੱਕ ਜੰਗ ਮੁੱਕ ਜਾਵੇਗੀ, ਕਿਉਂਕਿ ਰੂਸ ਦਾ ਬਹੁਤ ਨੁਕਸਾਨ ਹੋ ਚੁੱਕਿਆ, ਆਰਥਿਕ ਤੌਰ ਤੇ ਵੀ ਤੇ ਫੌਜੀ ਤੌਰ ਤੇ ਵੀ। ਪਰ ਹਾਲੇ ਵੀ ਰੂਸ ਆ ਜਿਹੜਾ ਉਹ ਹਮਲਾਵਰ ਰੁਖ 'ਚ ਹੈ, ਉਹ ਜੰਗ ਤੋਂ ਪਿੱਛੇ ਹਟਣ ਦੇ ਮੂਡ ਵਿੱਚ ਨਹੀਂ ਲੱਗ ਰਿਹਾ। ਆਲੇ ਦੁਆਲੇ ਗਵਾਂਢੀ ਮੁਲਕਾਂ ਦੀ ਉਹ ਗੱਲ ਕਰੀਏ, ਚਲੋ ਇੰਡੀਆ ਭਾਰਤ ਗਵਾਂਢੀ ਮੁਲਕ ਵੀ ਨਹੀਂ ਹੈ। ਪੈਟਰੋਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਗਿਆ, ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ। ਸੋ ਇੰਗਲੈਂਡ ਦੇ ਵਿੱਚ ਵੀ ਇਹਦੇ ਅਸਾਰ ਜਿਹੜੇ ਨੇ, ਉਹ ਪ੍ਰਭਾਵ ਜਿਹੜੇ ਆਪਾਂ ਕਹਿ ਸਕਦੇ ਹਾਂ ਵੀ ਦੇਖਣ ਨੂੰ ਮਿਲ ਰਹੇ ਨੇ। ਤੁਹਾਨੂੰ ਲੱਗਦਾ ਵੀ ਇਹਦਾ ਪ੍ਰਭਾਵ ਪੂਰੀ ਦੁਨੀਆ ਤੇ ਪੈ ਰਿਹਾ ਇਸ ਵੇਲੇ? ਹਾਂਜੀ ਹਾਂਜੀ, ਬਿਲਕੁਲ। ਮਹਿੰਗਾਈ ਲਗਾਤਾਰ ਵੱਧ ਰਹੀ ਹੈ। ਸਾਰੀਆਂ ਕੀਮਤਾਂ ਹੀ ਡੀਜ਼ਲ ਤੇ ਪੈਟਰੋਲ ਦੀਆਂ ਕੀਮਤਾਂ ਨਾਲ ਤੈਅ ਹੁੰਦੀਆਂ, ਗੈਸ ਦੀਆਂ ਕੀਮਤਾਂ ਨਾਲ ਤੈਅ ਹੁੰਦੀਆਂ ਦੁਨੀਆ ਭਰ ਵਿੱਚ। ਇਹਦੇ ਨਾਲ ਹੀ ਤੁਸੀਂ ਦੇਖੋ ਪੋਲੈਂਡ ਤੇ ਹੰਗਰੀ ਵਿੱਚ ਲਗਭਗ 20 ਲੱਖ ਲੋਕ ਇਸ ਵੇਲੇ ਰਿਫਿਊਜੀ ਦੇ ਤੌਰ ਤੇ ਪਹੁੰਚ ਚੁੱਕੇ ਆ, ਜਿਹੜੇ ਸਰਹੱਦ ਪਾਰ ਕਰ ਚੁੱਕੇ ਆ। ਉਹਦੇ ਵਿੱਚੋਂ ਜ਼ਿਆਦਾ ਔਰਤਾਂ ਤੇ ਬੱਚੇ ਆ। ਸੋ ਯੂਕਰੇਨ ਦੀ ਸਰਕਾਰ ਵੱਲੋਂ ਮੇਰਾ ਖਿਆਲ 18 ਸਾਲ ਤੋਂ ਵੱਧ ਉਮਰ ਦੇ ਜਿਹੜੇ ਆਦਮੀ ਨੇ ਉਹਨਾਂ ਨੂੰ ਬਾਹਰ ਜਾਣ ਤੋਂ ਰੋਕਿਆ ਜਾ ਰਿਹਾ,
ਤਾਂ ਕਿ ਕਿਤੇ ਵੀ ਜੰਗ ਵਿੱਚ ਉਹਨਾਂ ਦੀ ਜ਼ਰੂਰਤ ਪੈ ਸਕਦੀ ਹੈ। ਔਰਤਾਂ ਤੇ ਬੱਚਿਆਂ ਨੂੰ ਬਾਹਰ ਕੱਢਿਆ ਜਾ ਰਿਹਾ। ਸੋ 20 ਲੱਖ ਤੋਂ ਵੱਧ ਦੀ ਗਿਣਤੀ ਹੈ ਜਿਹੜੀ ਪੋਲੈਂਡ ਤੇ ਹੰਗਰੀ ਵਿੱਚ ਉਹ ਪਹੁੰਚ ਚੁੱਕੇ ਨੇ। ਬਹੁਤ ਸਾਰੇ ਲੋਕ ਯੂਕੇ ਵਿੱਚ ਵੀ ਆਏ ਨੇ। ਯੂਕੇ ਨੇ ਵੀ ਸਿੱਧੇ ਵੀਜ਼ੇ ਜਾਰੀ ਕੀਤੇ ਆ। ਬਹੁਤ ਸਾਰੇ ਸਾਨੂੰ ਜਾਣਨ ਵਾਲੇ ਵੀ ਕੁਝ ਲੋਕ ਆ ਜਿਹੜੇ ਇੱਥੇ ਪਹੁੰਚੇ ਨੇ, ਜਿਹੜੇ 20 ਸਾਲਾਂ ਤੋਂ ਯੂਕਰੇਨ ਵਿੱਚ ਰਹਿ ਰਹੇ ਸੀ। ਸੋ ਇਹਦਾ ਮਹਿੰਗਾਈ ਦੇ ਤੌਰ ਤੇ ਵੀ, ਰਿਫਿਊਜੀਆਂ ਦੀ ਜਿਹੜੀ ਇੱਕ ਵੱਡਾ ਜਿਹੜੇ ਲੋਕ ਨੇ ਉਹ ਆ ਰਹੇ ਨੇ, ਉਹਨਾਂ ਦੇਸ਼ਾਂ ਤੇ ਬਹੁਤ ਭਾਰ ਪੈ ਰਿਹਾ। ਪੋਲੈਂਡ ਔਰ ਹੰਗਰੀ ਤੇ, ਉਹ ਜਰਮਨੀ ਤੇ ਵੀ ਭਾਰ ਪੈ ਰਿਹਾ। ਸੋ ਓਵਰਆਲ ਆ ਜਿਹੜਾ ਪੂਰੀ ਦੁਨੀਆ ਤੇ ਇਹਦਾ ਇਫੈਕਟ ਪੈ ਰਿਹਾ। ਮਹਿੰਗਾਈ ਵੱਧ ਰਹੀ ਹੈ ਔਰ ਹੋਰ ਵਧੇਗੀ। ਸੋ ਹਾਲ ਦੀ ਘੜੀ ਜਦੋਂ ਤੱਕ ਜੰਗ ਨਹੀਂ ਰੁਕਦੀ, ਸਾਨੂੰ ਇਹ ਜਿਹੜੇ ਹਾਲਾਤ ਆ ਇਹਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਬਿਲਕੁਲ ਜੀ ਬਿਲਕੁਲ। ਵਾਕਈ ਅਰਦਾਸ ਕਰਦੇ ਹਾਂ ਉਸ ਪਰਮਾਤਮਾ ਦੇ ਅੱਗੇ ਕਿ ਐਸੇ ਹਾਲਾਤ ਨਾ ਬਣਨ, ਪਰ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ। ਸੋ ਤਾਜ਼ੀਆਂ ਤੇ ਲੇਟੈਸਟ ਜਿਹੜੀਆਂ ਅਪਡੇਟਸ ਹੋਣਗੀਆਂ ਉਹ ਲੈ ਕੇ ਪ੍ਰੋਗਰਾਮ ਪਤੇ ਦੀ ਗੱਲ ਦੇ ਵਿੱਚ ਫਿਰ ਤੋਂ ਹਾਜ਼ਰ ਹੋਵਾਂਗੇ। ਸਾਡੇ ਨਾਲ ਜੁੜੇ ਰਹੋ। ਤੇ ਇੱਕ ਬੇਨਤੀ ਹੈ ਜੀ, YouTube ਦੇ ਉੱਤੇ ਜਾ ਕੇ ਸਾਡਾ ਚੈਨਲ ਸਬਸਕ੍ਰਾਈਬ ਕਰ ਦਿਓ, Facebook ਤੇ ਸਾਨੂੰ ਲਾਈਕ ਜ਼ਰੂਰ ਕਰ ਦਿਓ। ਭਾਈ ਅਵਤਾਰ ਸਿੰਘ ਜੀ, ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ। ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਸਾਡੇ ਦਰਸ਼ਕਾਂ ਵਾਸਤੇ, ਬਹੁਤ ਚੰਗੇ ਤਰੀਕੇ ਦੇ ਨਾਲ, ਸੁਚੱਜੇ ਢੰਗ ਦੇ ਨਾਲ ਸਾਰੀ ਗੱਲਬਾਤ ਸਮਝਾਈ ਹੈ। ਸੋ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ ਟੀਵੀ ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।